ਕੈਨੇਡਾ ਸਰਕਾਰ ਨੇ ਹੁਣ ਜਿਹੜੀਆਂ ਨਾਲ ਗੁਆਂਢੀ ਮੁਲਕ ਹੈ USA ਤੇ ਕੈਨੇਡਾ ਦੇ ਵਿੱਚ ਜਿਹੜੀਆਂ ਗੈਰ ਜ਼ਰੂਰੀ ਯਾਤਰਾਵਾਂ ਨੇ ਉਹਨਾਂ ਤੇ ਜਿਹੜੀ ਪਾਬੰਦੀ ਹੈ ਇੱਕ ਹੋਰ ਮਹੀਨਾ ਜਿਹੜੀ ਵਧਾ ਦਿੱਤੀ ਗਈ ਹੈ। ਜਿਹੜਾ ਇੱਕ ਹੋਰ ਮਹੀਨਾ ਜਿਹੜਾ ਲੋਕਾਂ ਨੂੰ ਉੱਥੇ ਦੇ ਸਥਾਨਕ ਲੋਕ ਨੇ USA ਤੇ ਕੈਨੇਡਾ ਦੇ ਨੇ ਇੱਕ ਦੂਜੇ ਦੇਸ਼ ਦੇ ਵਿੱਚ ਜਾਣ ਲਈ ਇੱਕ ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਹ ਫੈਸਲਾ ਲਿਆ ਗਿਆ। ਜਸਟਨ ਟਰੂਡੋ ਨੇ ਬੀਤੇ ਕੱਲ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਨਾਲ ਦੀ ਨਾਲ ਕਿਹਾ ਸੀ ਕਿ ਸਾਡੀ ਪੂਰਨ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚ ਜਿਹੜਾ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾਵੇ। ਬਹੁਤ ਜਲਦ ਹੋ ਸਕਦਾ ਕਿ ਕਈ ਜਿਹੜੀਆਂ ਪਾਬੰਦੀਆਂ ਨੇ ਉਸ ਥਾਂ ਤੇ ਹਟਾ ਦਿੱਤੀਆਂ ਜਾਣ ਤੇ ਕਈ ਥਾਵਾਂ ਤੇ ਅਜਿਹਾ ਹੋ ਰਿਹਾ ਕਿ ਪਾਬੰਦੀਆਂ ਹਟਾਉਣ ਦਾ ਫੈਸਲਾ ਲਿਆ ਜਾ ਚੁੱਕਾ। ਕੈਨੇਡਾ ਦੇ ਗੁਆਂਢੀ ਮੁਲਕ USA ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪਹਿਲਾਂ ਹੀ ਕਈ ਥਾਵਾਂ ਤੇ ਜਿਹੜੇ ਮਾਸਕ ਨੇ ਉਹਨਾਂ ਨੂੰ ਪਾਉਣ ਤੋਂ ਰੋਕ ਲਾ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਵੀ ਹੁਣ ਕਈ ਥਾਵਾਂ ਤੇ ਅਜਿਹਾ ਹੋ ਸਕਦਾ ਕਿਉਂਕਿ ਜਦ ਇਹ ਐਲਾਨ ਕੀਤਾ ਗਿਆ ਜਦ ਵੈਕਸੀਨ ਹੈ ਜਿਹੜੀ ਉਹ 75% ਲੋਕਾਂ ਤੇ ਲੱਗ ਜਾਵੇਗੀ ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਜਾਵੇਗਾ। ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਆ। ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। BJP ਵੱਲੋਂ ਸਿੱਧਾ ਸਮਰਥਨ ਹੈ ਜਿਹੜਾ ਉਸ ਅਰਦਾਸ ਦਾ ਕੀਤਾ ਜਾ ਰਿਹਾ। ਤੇ ਕਿਵੇਂ ਦੇਖਦੇ ਹੋ? ਬੀਤੇ ਕੱਲ ਇੱਕ ਅਰਦਾਸ ਹੁੰਦੀ ਹੈ ਤੇ ਅੱਜ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਕਿਵੇਂ ਦੇਖਦੇ ਹੋ? ਇਹ ਰਾਜਨੀਤੀ ਤੋਂ ਪ੍ਰੇਰਿਤ ਦੇਖਦੇ ਹੋ ਜਾਂ ਫਿਰ ਇਤਫਾਕ ਦੇਖਦੇ ਹੋ? ਦੇਖੋ ਇਹਦੇ ਤਾਂ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਦੇ ਨਾਲ ਤਾਂ ਇਹ ਕਿਤੇ ਨਾ ਕਿਤੇ ਪ੍ਰੇਰਿਤ ਹੈ ਹੀ ਹੈ। ਜੇਕਰ ਦੁਸ਼ਯੰਤ ਚੌਟਾਲਾ ਆਪਣਾ ਸਮਰਥਨ ਵਾਪਸ ਲੈਂਦੇ ਆ ਤਾਂ ਸਰਕਾਰ ਜਿਹੜੀ ਖੱਟੜ ਸਰਕਾਰ ਆ ਉਹ ਡਿੱਗ ਜੇਗੀ, ਮੂੰਹ ਦੇ ਮੂੰਹ ਪਏਗੀ। ਇਸ ਵਜ੍ਹਾ ਕਰਕੇ ਕਿਉਂਕਿ ਡੇਰੇ ਦੇ ਨਾਲ ਬਹੁਤ ਵੱਡਾ ਇੱਕ ਵੋਟ ਬੈਂਕ ਜੁੜਿਆ ਹੋਇਆ, ਇਸ ਕਰਕੇ ਭਾਜਪਾ ਸਰਕਾਰ ਦੀ ਜਿਹੜੀ ਨਿਗਾਹ ਉਹ ਇੱਕ ਵਾਰ ਫਿਰ ਤੋਂ ਡੇਰੇ ਵੱਲ ਹੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ TV ਤੇ ਚੈਨਲ ਪੰਜਾਬੀ। ਮੈਂ ਹਾਂ ਸੁਖਪਿੰਦਰ ਸ਼ੇਰਗਿੱਲ। ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਮੰਗਲਵਾਰ ਤੋਂ ਸ਼ੁੱਕਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਆਪਣੀ ਰਾਏ ਹੈ ਜਿਹੜੀ ਉਹ ਜਨਤਕ ਕਰ ਸਕਦੇ ਹੋ। ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਅਜਿਹੀ ਜਾਣਕਾਰੀ ਹੈ ਜਿਹੜੀ ਕਿ ਤੁਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹੋਵੋ ਜਾਂ ਕੋਈ ਅਜਿਹੀ ਜਾਣਕਾਰੀ ਹੋਵੇ ਜਿਸ ਨੂੰ ਤੁਸੀਂ ਜਨਤਕ ਕਰਨਾ ਚਾਹੁੰਦੇ ਹੋਵੋ ਤਾਂ ਬੇਝਿਜਕ ਹੁਣ ਤੋਂ ਜਿਹੜੇ TV ਸਕਰੀਨ ਉੱਤੇ ਘੰਟਾ ਕੁ ਨੰਬਰ ਨੇ ਜਿਹੜੇ ਫਲੈਸ਼ ਕੀਤੇ ਜਾਣਗੇ ਉਹਨਾਂ ਨੂੰ ਡਾਇਲ ਕਰਕੇ ਤੁਸੀਂ ਸਿੱਧਾ ਰਾਬਤਾ ਜਿਹੜਾ ਸਾਡੇ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ YouTube Facebook ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਇੱਕ ਜਿਹੜਾ ਚੈਨਲ ਪੰਜਾਬੀ ਦੇ YouTube ਚੈਨਲ ਤੇ Facebook ਤੇ TV ਤੇ ਜਿਹੜੇ ਦਰਸ਼ਕ ਨੇ ਉਹ ਗਲੋਬਲ ਪੰਜਾਬ TV ਤੇ ਸਾਨੂੰ ਇਸ ਮੌਕੇ ਲਾਈਵ ਦੇਖ ਸਕਦੇ ਨੇ ਤੇ ਸਾਡੇ ਨਾਲ ਸਿੱਧਾ ਰਾਬਤਾ ਜਿਹੜਾ ਕਾਇਮ ਕਰਨ ਲਈ TV ਸਕਰੀਨ ਉੱਤੇ ਲਗਾਤਾਰ ਨੰਬਰ ਨੇ ਜਿਹੜੇ ਉਹ ਫਲੈਸ਼ ਕੀਤੇ ਜਾਣਗੇ। ਅੱਜ ਦੇ ਜਿਹੜੇ ਮੁੱਦੇ ਰਹਿਣਗੇ ਉਹਨਾਂ ਤੇ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੇ ਦੱਸਾਂਗੇ ਵੀ ਅੱਜ ਕੀ ਖਾਸ ਰਿਹਾ ਅੱਜ ਦੇ ਦਿਨ ਦੇ ਵਿੱਚ ਪੰਜਾਬ ਦੀ ਸਿਆਸਤ ਨਾਲ ਤੇ ਨਾਲ ਦੀ ਨਾਲ ਕੀ ਨਵਾਂ ਕੁਛ ਅੱਜ ਪੰਜਾਬ ਦੇ ਵਿੱਚ ਵਾਪਰਿਆ। ਪਰ ਉਹ ਸਭ ਤੋਂ ਪਹਿਲਾਂ ਮੇਰੇ ਸਹਿਯੋਗੀ ਰਾਓ ਵਰਿੰਦਰ ਜੀ। ਤੇ ਸਤਿ ਸ਼੍ਰੀ ਅਕਾਲ ਜੀ, ਮੈਂ ਰਾਓ ਵਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਾਡਾ ਲਾਈਵ ਪ੍ਰੋਗਰਾਮ ਲਾਈਵ ਟਾਕ। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਵੇਲੇ ਸਾਡੇ ਚੈਨਲ ਪੰਜਾਬੀ ਦੇ Facebook ਪੇਜ ਦੇ ਉੱਪਰ ਹੀ ਦੇਖ ਸਕਦੇ ਹੋ ਤੇ ਨਾਲ ਦੀ ਨਾਲ YouTube ਚੈਨਲ ਤੇ ਵੀ ਦੇਖ ਰਹੇ ਹੋ। ਤੇ ਖਾਸ ਕਰਕੇ ਅਮਰੀਕਾ ਦੇ ਦਰਸ਼ਕਾਂ ਦੇ ਲਈ ਸਾਡਾ ਇਹ ਪ੍ਰੋਗਰਾਮ ਇਸ ਵੇਲੇ ਗਲੋਬਲ ਪੰਜਾਬ TV ਤੇ ਵੀ ਦੇਖਿਆ ਜਾ ਸਕਦਾ ਜੀ। ਸੋ ਜਿਹੜੇ ਦਰਸ਼ਕ ਸਾਨੂੰ ਆਪਣੇ ਸੁਝਾਅ ਜਾਂ ਸਵਾਲ ਭੇਜਣਾ ਚਾਹੁੰਦੇ ਆ, ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ, ਉਹ Facebook ਤੇ YouTube ਦੇ ਮਾਧਿਅਮ ਦੇ ਰਾਹੀਂ ਸਾਡੇ ਤੱਕ ਕਮੈਂਟਾਂ ਦੇ ਰੂਪ ਦੇ ਵਿੱਚ ਪਹੁੰਚਾ ਸਕਦੇ ਨੇ ਜੀ। ਤੇ ਜਿਹੜੇ ਦਰਸ਼ਕ ਸਾਨੂੰ ਸਿੱਧਾ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਚਾਹ ਰਹੇ ਨੇ ਉਹ ਵੀ ਸਾਨੂੰ ਕਾਲ ਕਰ ਸਕਦੇ ਜੀ। ਤੇ ਜਿਹੜੇ ਸਾਡੇ ਭਾਰਤ ਦੇ ਦਰਸ਼ਕ ਨੇ ਉਹਨਾਂ ਦੇ ਲਈ ਸਾਡਾ ਨੰਬਰ ਹੈ ਜੀ 88 725 888 35। ਤੇ ਜਿਹੜੇ ਦਰਸ਼ਕ ਸਾਡੇ ਭਾਰਤ ਤੋਂ ਬਾਹਰ ਯਾਨੀ ਕਿ ਦੁਨੀਆ ਦੇ ਹੋਰ ਕਿਸੇ ਵੀ ਮੁਲਕ ਤੋਂ ਬਹਿ ਕੇ ਸਾਨੂੰ ਕਾਲ ਕਰਨੀ ਚਾਹੁੰਦੇ ਨੇ ਉਹਨਾਂ ਦੇ ਲਈ ਜੀ ਨੰਬਰ ਹੈ 888 923 2656। ਸੋ ਜੇਕਰ ਅਮਰੀਕਾ ਜਾਂ ਕੈਨੇਡਾ ਤੋਂ ਤੁਸੀਂ ਇਹ ਨੰਬਰ ਮਿਲਾਓਗੇ ਤਾਂ ਇਹ ਤੁਹਾਨੂੰ ਲੋਕਲ ਨੰਬਰ ਪਏਗਾ। ਸੋ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਵਿਸਥਾਰ ਦੇ ਵੱਲ ਆਪਾਂ ਵਧੀਏ, ਅੱਜ ਕਿਹੜੇ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਛੇੜੇ ਜਾਣਗੇ, ਕਿਹੜੀ ਚਰਚਾ ਹੋਊਗੀ, ਇਹਦੇ ਬਾਰੇ ਪਤਾ ਲੱਗੇ ਤਾਂ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਵਾਪਸ ਆਪਾਂ ਚੱਲਦੇ ਹਾਂ ਸੁਖਵਿੰਦਰ ਸਿੰਘ ਦੇ ਵੱਲ। ਜੇਕਰ ਅੱਜ ਦੇ ਮੁੱਦਿਆਂ ਦੀ ਗੱਲਬਾਤ ਕੀਤੀ ਜਾਵੇ ਤਾਂ ਇੱਕ ਕੈਨੇਡਾ ਤੋਂ ਅਹਿਮ ਜਾਣਕਾਰੀ ਹੈ ਉਹ ਦੇ ਦਈਏ ਕਿ ਕੈਨੇਡਾ ਸਰਕਾਰ ਨੇ ਹੁਣ ਜਿਹੜੀਆਂ
ਨਾਲ ਗੁਆਂਢੀ ਮੁਲਕ ਹੈ USA ਦੇ ਤੇ ਕੈਨੇਡਾ ਦੇ ਵਿੱਚ ਜਿਹੜੀਆਂ ਗੈਰ ਜ਼ਰੂਰੀ ਯਾਤਰਾਵਾਂ ਨੇ ਉਹਨਾਂ ਤੇ ਜਿਹੜੀ ਪਾਬੰਦੀ ਹੈ ਇੱਕ ਹੋਰ ਮਹੀਨਾ ਜਿਹੜੀ ਵਧਾ ਦਿੱਤੀ ਗਈ ਹੈ। ਯਾਨੀ ਕਿ ਹੁਣ ਜਿਹੜਾ ਇੱਕ ਹੋਰ ਮਹੀਨਾ ਜਿਹੜਾ ਲੋਕਾਂ ਨੂੰ ਉੱਥੇ ਦੇ ਸਥਾਨਕ ਲੋਕ ਨੇ USA ਤੇ ਕੈਨੇਡਾ ਦੇ ਨੇ ਇੱਕ ਦੂਜੇ ਦੇਸ਼ ਦੇ ਵਿੱਚ ਜਾਣ ਲਈ ਇੱਕ ਮਹੀਨੇ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦੱਸ ਦਈਏ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ। ਜਸਟਨ ਟਰੂਡੋ ਨੇ ਬੀਤੇ ਕੱਲ੍ਹ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਨਾਲ ਦੀ ਨਾਲ ਕਿਹਾ ਸੀ ਕਿ ਸਾਡੀ ਪੂਰਨ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚ ਜਿਹੜਾ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾਵੇ। ਇਸ ਦੇ ਮੱਦੇਨਜ਼ਰ ਹੀ ਇਹ ਫੈਸਲਾ ਅੱਗੇ ਵਧਾ ਦਿੱਤਾ ਗਿਆ। ਦੱਸ ਦਈਏ ਕਿ ਕਈ ਚੰਗੀਆਂ ਖਬਰਾਂ ਨੇ ਜਿਹੜੀਆਂ ਕੈਨੇਡਾ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਬਹੁਤ ਜਲਦ ਹੋ ਸਕਦਾ ਕਿ ਕਈ ਜਿਹੜੀਆਂ ਪਾਬੰਦੀਆਂ ਨੇ ਉਸ ਥਾਂ ਤੇ ਹਟਾ ਦਿੱਤੀਆਂ ਜਾਣ ਤੇ ਕਈ ਥਾਵਾਂ ਤੇ ਅਜਿਹਾ ਹੋ ਰਿਹਾ ਕਿ ਪਾਬੰਦੀਆਂ ਹਟਾਉਣ ਦਾ ਫੈਸਲਾ ਲਿਆ ਜਾ ਚੁੱਕਾ। ਬਸ ਐਲਾਨ ਹੈ ਜਿਹੜਾ ਹੋਣਾ ਬਾਕੀ ਹੈ ਕਿਉਂਕਿ ਜਿਹੜੀਆਂ ਪਾਬੰਦੀਆਂ ਨੇ ਕਿਤੇ ਨਾ ਕਿਤੇ ਲੋਕਾਂ ਨੇ ਜਿਹੜੀ ਕਰੋਨਾ ਦੇ ਉੱਤੇ ਜਿੱਤ ਪਾ ਲਈ ਹੈ। ਭਾਵੇਂ ਕੈਨੇਡਾ ਦੇ ਗੁਆਂਢੀ ਮੁਲਕ USA ਦੀ ਗੱਲ ਕੀਤੀ ਜਾਵੇ ਤਾਂ ਉੱਥੇ ਪਹਿਲਾਂ ਹੀ ਕਈ ਥਾਵਾਂ ਤੇ ਜਿਹੜੇ ਮਾਸਕ ਨੇ ਉਹਨਾਂ ਨੂੰ ਪਾਉਣ ਤੋਂ ਰੋਕ ਲਾ ਦਿੱਤੀ ਗਈ ਹੈ। ਯਾਨੀ ਕਿ ਹੁਣ ਰਾਹਤ ਹੈ ਜਿਹੜੀ ਉਹ ਮਾਸਕ ਤੋਂ ਮਿਲ ਚੁੱਕੀ ਹੈ ਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੀ ਹੁਣ ਕਈ ਥਾਵਾਂ ਤੇ ਅਜਿਹਾ ਹੋ ਸਕਦਾ ਕਿਉਂਕਿ ਜਦ ਇਹ ਐਲਾਨ ਕੀਤਾ ਗਿਆ ਜਦ ਵੈਕਸੀਨ ਹੈ ਜਿਹੜੀ ਉਹ 75% ਲੋਕਾਂ ਤੇ ਲੱਗ ਜਾਵੇਗੀ ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਜਾਵੇਗਾ। ਤੇ ਹੁਣ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅੱਜ ਜਿਹੜਾ ਸਾਰਾ ਦਿਨ ਮੁੱਦਾ ਗਰਮਾਇਆ ਰਿਹਾ ਉਹ ਅੱਜ ਦੀ ਨਹੀਂ ਬੀਤੇ ਕੱਲ੍ਹ ਤੋਂ ਲਗਾਤਾਰ ਮੁੱਦਾ ਗਰਮਾਇਆ ਹੋਇਆ। ਸੋਸ਼ਲ ਮੀਡੀਆ ਤੇ ਇੱਕ ਬਠਿੰਡਾ ਦੇ ਗੁਰਦੁਆਰਾ ਸਾਹਿਬ ਦੀ ਇੱਕ ਅਰਦਾਸ ਹੈ ਵਿਵਾਦਿਤ ਅਰਦਾਸ ਹੈ ਜਿਹੜੀ ਉਹ ਵਾਇਰਲ ਹੁੰਦੀ ਹੈ। ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਮਾਮਲਾ ਗਰਮਾਇਆ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆਈ ਸੀ ਉਹ ਸੀ ਕਿ 48 ਘੰਟੇ ਦੇ ਲਈ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਗਈ ਆ। ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। BJP ਵੱਲੋਂ ਸਿੱਧਾ ਸਮਰਥਨ ਹੈ ਜਿਹੜਾ ਉਸ ਅਰਦਾਸ ਦਾ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਰਾਮ ਰਹੀਮ ਦੇ ਅੱਜ ਜਿਹੜਾ ਪੈਰੋਲ ਦਿੱਤੀ ਗਈ ਸੀ 48 ਘੰਟਿਆਂ ਦੇ ਲਈ ਪੈਰੋਲ ਮੰਗੀ ਗਈ ਸੀ ਕਿ ਉਹਨਾਂ ਦੀ ਜਿਹੜੇ ਮਾਤਾ ਨੇ ਰਾਮ ਰਹੀਮ ਦੇ ਉਹ ਬਿਮਾਰ ਨੇ ਠੀਕ ਨਹੀਂ ਹਨ ਉਸ ਦੇ ਚੱਲਦਿਆਂ ਪੈਰੋਲ ਦੀ ਅਪੀਲ ਕੀਤੀ ਗਈ ਸੀ ਤੇ ਹੁਣ 48 ਘੰਟਿਆਂ ਦੇ ਲਈ ਜਾਣੀ ਕਿ 2 ਦਿਨ ਦੇ ਲਈ ਉਹਨਾਂ ਨੂੰ ਪੈਰੋਲ ਤੇ ਰਿਹਾ ਕੀਤਾ ਗਿਆ। ਪਹਿਲਾਂ ਵੀ ਉਹਨਾਂ ਨੇ ਵਿਆਹ ਦੇ ਲਈ ਜਾਂ ਕਈ ਹੋਰ ਆਪਦੇ ਬਿਮਾਰ ਹੋਣ ਦੇ ਕਾਰਨ ਪੈਰੋਲ ਮੰਗੀ ਸੀ ਪਰ ਉਸ ਸਮੇਂ ਮਨਜ਼ੂਰ ਨਹੀਂ ਹੋਈ ਸੀ। ਉਸ ਤੋਂ ਬਾਅਦ ਹੁਣ ਜਿਹੜੀ 48 ਘੰਟਿਆਂ ਦੇ ਲਈ ਪੈਰੋਲ ਤੇ ਰਿਹਾ ਉਹਨਾਂ ਨੂੰ ਕੀਤਾ ਗਿਆ ਉਹ ਹੁਣ ਆਪਣੀ ਮਾਤਾ ਨੂੰ ਬਿਮਾਰ ਉਹਨਾਂ ਦੇ ਜਿਹੜੇ ਮਾਤਾ ਨੇ ਉਹ ਚੱਲ ਰਹੇ ਨੇ ਉਹਨਾਂ ਨੂੰ ਮਿਲਣਗੇ ਤੇ ਬੀਤੇ ਗੱਲ ਇੱਕ ਅਰਦਾਸ ਹੈ ਜਿਹੜੀ ਉਹ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਰਾਮ ਰਹੀਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤੇ ਨਾਲ ਦੀ ਨਾਲ ਨਰਿੰਦਰ ਮੋਦੀ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ। ਉਸ ਤੋਂ ਬਾਅਦ BJP ਨੇ ਇਸ ਅਰਦਾਸ ਨੂੰ ਸਹੀ ਕਰਾਰ ਦਿੱਤਾ ਸੀ ਭਾਵੇਂ ਕਿ ਜਥੇਬੰਦੀਆਂ ਨੇ ਜਿਹੜੀਆਂ ਸਿੱਖ ਲੋਕ ਨੇ ਜਾਂ ਸਿੱਖ ਸੰਗਤ ਹੈ ਉਸ ਅਰਦਾਸ ਦਾ ਕਿਤੇ ਨਾ ਕਿਤੇ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਸੀ ਪਰ ਹੁਣ ਜਿਹੜਾ ਪੈਰੋਲ ਤੇ 48 ਘੰਟਿਆਂ ਦੇ ਲਈ ਰਿਹਾ ਕੀਤਾ ਗਿਆ ਉਸ ਤੋਂ ਬਾਅਦ ਹੁਣ ਸਿੱਖ ਸੰਗਤ ਦੇ ਵਿੱਚ ਇੱਕ ਤਰ੍ਹਾਂ ਦਾ ਹਾਹਾਕਾਰ ਮਚਿਆ ਹੋਇਆ। ਰਾਓ ਸਾਹਿਬ ਕਿਵੇਂ ਦੇਖਦੇ ਹੋ ਬੀਤੇ ਕੱਲ੍ਹ ਇੱਕ ਅਰਦਾਸ ਹੁੰਦੀ ਹੈ ਤੇ ਅੱਜ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਇਹ ਰਾਜਨੀਤੀ ਤੋਂ ਪ੍ਰੇਰਿਤ ਦੇਖਦੇ ਹੋ ਜਾਂ ਫਿਰ ਇਤਫਾਕ ਦੇਖਦੇ ਹੋ ਇਤਫਾਕ ਲੱਗਦਾ ਜਾਂ ਰਾਜਨੀਤੀ ਤੋਂ ਪ੍ਰੇਰਿਤ ਇਹ ਮੁੱਦਾ ਲੱਗਦਾ ਕਿਵੇਂ ਦੇਖਦੇ ਹੋ ਇਸ ਚੀਜ਼? ਨਹੀਂ ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਦੇ ਨਾਲ ਤਾਂ ਇਹ ਕਿਤੇ ਨਾ ਕਿਤੇ ਪ੍ਰੇਰਿਤ ਹੈ ਹੀ ਹੈ ਕਿਉਂਕਿ ਇਸ ਵੇਲੇ ਹਰਿਆਣੇ ਦੇ ਵਿੱਚ ਭਾਜਪਾ ਸਰਕਾਰ ਹੈ ਤੇ ਭਾਜਪਾ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਬੜੀ ਡਾਮਾਡੋਲ ਉੱਥੇ ਬਣੀ ਹੋਈ ਹੈ। ਜੇਕਰ ਦੁਸ਼ਯੰਤ ਚੌਟਾਲਾ ਆਪਣਾ ਸਮਰਥਨ ਵਾਪਸ ਲੈਂਦੇ ਆ ਤਾਂ ਸਰਕਾਰ ਜਿਹੜੀ ਖੱਟੜ ਸਰਕਾਰ ਆ ਉਹ ਡਿੱਗ ਜੇਗੀ ਮੂੰਹ ਦੇ ਮੂੰਹ ਪਏਗੀ। ਸੋ ਇਸ ਵਜ੍ਹਾ ਕਰਕੇ ਕਿਉਂਕਿ ਡੇਰੇ ਦੇ ਨਾਲ ਬਹੁਤ ਵੱਡਾ ਇੱਕ ਵੋਟ ਬੈਂਕ ਜੁੜਿਆ ਹੋਇਆ ਇਸ ਕਰਕੇ ਭਾਜਪਾ ਸਰਕਾਰ ਦੀ ਜਿਹੜੀ ਨਿਗਾਹ ਉਹ ਇੱਕ ਵਾਰ ਫਿਰ ਤੋਂ ਡੇਰੇ ਵੱਲ ਹੀ ਜਾ ਰਹੀ ਹੈ ਤੇ ਡੇਰੇ ਦੀਆਂ ਵੋਟਾਂ ਕਿਵੇਂ ਮਿਲ ਸਕਦੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਜਦੋਂ ਰਾਮ ਰਹੀਮ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਦੋਂ ਵੀ ਭਾਜਪਾ ਦੀ ਹੀ ਸਰਕਾਰ ਸੀ ਸੂਬੇ ਦੇ ਵਿੱਚ ਤੇ ਇਹਦੇ ਕਰਕੇ ਜਿਹੜੇ ਡੇਰਾ ਫਾਲੋਅਰ ਸੀ ਉਹਨਾਂ ਨੇ ਇੱਕ ਤਾਂ ਕਾਫੀ ਵੱਡੀ ਨਾਰਾਜ਼ਗੀ ਵੀ ਸਰਕਾਰ ਦੇ ਨਾਲ ਜਤਾਈ ਸੀ ਤੇ ਇਸ ਕਰਕੇ ਹੁਣ ਖੇਤੀ ਕਾਨੂੰਨਾਂ ਦੇ ਕਾਰਨ ਹੋਰ ਜਿਹੜੀ ਆ ਭਾਜਪਾ ਡਾਊਨ ਚਲੀ ਗਈ ਹੈ ਹਰਿਆਣੇ ਦੇ ਵਿੱਚ ਤੇ ਇਹ ਭਾਜਪਾ ਸਰਕਾਰ ਜਾਂ ਪਾਰਟੀ ਹੁਣ ਇਹ ਦੇਖ ਰਹੀ ਹੈ ਕਿ ਜਿਵੇਂ ਨਾ ਕਿਵੇਂ ਕਰਕੇ ਡੇਰੇ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਆਪਣੇ ਵੱਲ ਕੀਤਾ ਜਾਵੇ। ਸੋ ਇਹ ਕਿਸ ਤਰੀਕੇ ਨਾਲ ਹੋ ਸਕਦਾ ਹੈ? ਇਹ ਹੋ ਸਕਦਾ ਹੈ ਕਿ ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਹੈ ਤੇ ਉਹਨੂੰ
ਸਹੂਲਤਾਂ ਦੇ ਕੇ ਵੀ ਲੋਕਾਂ ਦੀ ਜਿਹੜੀ ਸਿਮਤੀ ਆ ਉਹ ਲਈ ਜਾ ਸਕਦੀ ਹੈ। ਤੇ ਇਹ ਸਭ ਦੇ ਵਿੱਚੋਂ ਹੀ ਇਹ ਜਿਹੜੀ ਪੈਰੋਲ ਹੈ ਇਹ ਨਿਕਲ ਕੇ ਆਈ ਹੈ ਕਿ 21 ਦਿਨ ਦੀ ਪੈਰੋਲ ਰਾਮ ਰਹੀਮ ਨੇ ਮੰਗੀ ਸੀਗੀ, ਤੇ ਲੇਕਿਨ 48 ਘੰਟੇ ਦੀ ਜਿਹੜੀ ਪੈਰੋਲ ਆ ਉਹ ਦਿੱਤੀ ਗਈ ਆ। ਕਾਫੀ ਸੋਚ ਵਿਚਾਰ ਕਰਕੇ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਇਹ 48 ਘੰਟੇ ਦੀ ਪੈਰੋਲ ਦਿੱਤੀ ਹੈ। ਤੇ ਇਹ ਤਾਂ ਦੇਖੋ ਕੋਈ ਸ਼ੱਕ ਨਹੀਂ ਕਿ ਰਾਜਨੀਤੀ ਦੇ ਨਾਲ ਪ੍ਰੇਰਿਤ ਤਾਂ ਇਹ ਫੈਸਲਾ ਹੈ ਹੀ ਹੈ। ਆਖਰ ਨੂੰ ਤਾਂ ਉਹ ਮਨਾ ਵੀ ਕਰ ਸਕਦੇ ਸੀ, ਤੇ ਪਰ ਮਨਾ ਨਹੀਂ ਕੀਤਾ, ਪੈਰੋਲ ਦੇ ਦਿੱਤੀ ਗਈ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੱਲ ਹੀ ਅਰਦਾਸ ਹੁੰਦੀ ਹੈ ਤੇ ਦੂਸਰੇ ਦਿਨ ਹੀ ਪੈਰੋਲ ਮਿਲ ਜਾਂਦੀ ਹੈ। ਜੀ ਬਿਲਕੁਲ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇ ਸੱਚੇ ਦਿਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੋਈ ਵੀ ਅਰਦਾਸ ਕੀਤੀ ਜਾਵੇ ਤਾਂ ਉਹ ਪੂਰੀ ਹੁੰਦੀ ਹੈ। ਤੇ ਜਾਂ ਤਾਂ ਇਹ ਕਹਿ ਲੈਂਦੇ ਆ ਕਿ ਉਹ ਜਿਹੜੇ ਗ੍ਰੰਥੀ ਸਿੰਘ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿ ਜਿਸ ਤਰੀਕੇ ਨਾਲ ਅਰਦਾਸ ਕੀਤੀ, ਦੇਖੋ ਇਹ 'ਚ ਕੋਈ ਸ਼ੱਕ ਨਹੀਂ ਕਿ ਉਹਦੀ ਅਰਦਾਸ ਤਾਂ ਸੁਣੀ ਤਾਂ ਗਈ ਹੈ, ਅਰਦਾਸ ਮੰਨੀ ਤਾਂ ਗਈ ਹੈ, ਲੇਕਿਨ ਇਸ ਅਰਦਾਸ ਦਾ ਸਿੱਖ ਕੌਮ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਬੜਾ ਵਿਰੋਧ ਭਾਰੀ ਹੋ ਰਿਹਾ। ਬਿਲਕੁਲ। ਕਿਉਂਕਿ ਇੱਕ ਤਰੀਕੇ ਦੇ ਨਾਲ ਕਹਿ ਲਿਆ ਜਾਵੇ ਤਾਂ ਉਹ ਰਾਮ ਰਹੀਮ ਨੂੰ ਵੈਸੇ ਤਾਂ ਚਲੋ ਸਿੱਖ ਧਰਮ ਦੇ ਨਾਲ ਤਾਂ ਉਹਨਾਂ ਨੇ ਆਪਣਾ ਹੀ ਜਿਹੜਾ ਸ਼ੁਰੂ ਕੀਤਾ ਹੋਇਆ, ਪਰ ਸਿੱਖ ਧਰਮ ਦੇ ਵਿੱਚ ਰਾਮ ਰਹੀਮ ਨੂੰ ਕਿਤੇ ਵੀ ਲੈ ਕੇ ਆਉਣ ਦੀ ਜਾਂ ਉਸ ਨੂੰ ਮੰਨਣ ਦੀ ਜਿਹੜੀ ਸਖਤ ਮਨਾਹੀ ਹੈ, ਜਾਂ ਕਹਿ ਲਈਏ ਕਿ ਆਪਾਂ ਬਾਈਕਾਟ ਆ। ਤੇ ਫਿਰ ਵੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦਾ ਹੀ ਗ੍ਰੰਥੀ ਸਿੰਘ ਫਿਰ ਉਹ ਅਰਦਾਸ ਕਰ ਲੈਂਦਾ ਤੇ ਉਹਦੀ ਵੀਡੀਓ ਵੀ ਬਣਦੀ ਹੈ ਤੇ ਉਹ ਵਾਇਰਲ ਵੀ ਹੁੰਦੀ ਹੈ, ਤੇ ਫਿਰ ਇਤਰਾਜ਼ ਵੀ ਜਤਾਏ ਜਾਂਦੇ ਨੇ, ਤੇ ਫਿਰ ਉਸ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ। ਤੇ ਇਹਦੇ ਵਿੱਚ ਹੁਣ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਦੇਖੋ ਉਸ ਗ੍ਰੰਥੀ ਸਿੰਘ ਦੀ ਅਰਦਾਸ ਤਾਂ ਸੁਣੀ ਗਈ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਨਹੀਂ ਦੇਖਣਾ ਵੀ ਕੌਣ ਅਰਦਾਸ ਕਰ ਰਿਹਾ ਕੌਣ ਨਹੀਂ ਕਰ ਰਿਹਾ। ਜੇ ਸੱਚੇ ਦਿਲੋਂ ਅਰਦਾਸ ਤੁਸੀਂ ਕਰੋ ਤਾਂ ਉਹ ਤੁਹਾਡੀ ਪੂਰੀ ਹੋ ਜਾਂਦੀ ਹੈ। ਤੇ ਰਹੀ ਗੱਲ ਜੇ ਆਪਾਂ ਰਾਮ ਰਹੀਮ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਦੇ ਉੱਤੇ 2 ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ ਲੱਗੇ ਹੋਏ ਨੇ, ਤੇ ਸਿਰਸਾ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਦੀ ਮੌਤ ਦਾ ਵੀ ਇਲਜ਼ਾਮ ਲੱਗਿਆ ਹੋਇਆ, ਸਜ਼ਾ ਉਹ ਕੱਟ ਰਿਹਾ ਹੈ ਜੇਲ੍ਹ ਦੇ ਵਿੱਚ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਲ੍ਹ ਦੇ ਵਿੱਚ ਵੀ ਇਸ ਵੇਲੇ ਹੁਣ ਆਪਾਂ ਨੂੰ ਨਹੀਂ ਪਤਾ, ਇਸ ਵੇਲੇ ਮੀਡੀਆ ਨੂੰ ਵੀ, ਕਿਉਂਕਿ ਜੇਲ੍ਹ ਦੇ ਅੰਦਰ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ, ਤੇ ਅੰਦਰ ਕਿਸ ਤਰ੍ਹਾਂ ਦੀਆਂ ਰਾਮ ਰਹੀਮ ਨੂੰ ਸਹੂਲਤਾਂ ਸਰਕਾਰ ਉੱਥੇ ਦੇ ਰਹੀ ਹੈ, ਇਹ ਵੀ ਥੋੜਾ ਜਿਹਾ ਦੇਖਣ ਦੀ ਜ਼ਰੂਰਤ ਹੈ। ਸੋ ਜਿੱਥੇ ਤੱਕ ਸਾਨੂੰ ਲੱਗ ਰਿਹਾ ਕਿ ਜੇਲ੍ਹ ਦੇ ਵਿੱਚ ਵੀ ਰਾਮ ਰਹੀਮ ਨੂੰ ਜਿਹੜੀਆਂ ਪੂਰੇ ਐਸ਼ੋ ਰਾਮ ਕਿਤੇ ਨਾ ਕਿਤੇ ਮੁਹੱਈਆ ਕਰਵਾਏ ਜਾਂਦੇ ਹੋਣਗੇ, ਕਿਉਂਕਿ ਰਾਮ ਰਹੀਮ ਇੱਕ ਡੇਰਾ ਮੁਖੀ ਦੇ ਵਜੋਂ ਜਿਸ ਤਰੀਕੇ ਦੇ ਨਾਲ ਆਪਣੇ ਡੇਰੇ ਦੇ ਵਿੱਚ ਰਹਿੰਦਾ ਆ ਰਿਹਾ ਸੀ, ਸਾਰੀਆਂ ਸੁੱਖ ਸਹੂਲਤਾਂ ਉਹਦੇ ਕੋਲ ਸੀਗੀਆਂ, ਤੇ ਫਿਰ ਇਸ ਤਰ੍ਹਾਂ ਦਾ ਕੋਈ ਬੰਦਾ ਜੇਲ੍ਹ ਦੇ ਵਿੱਚ ਚਲਿਆ ਜਾਵੇ ਤੇ ਫਿਰ ਸੁਭਾਵਿਕ ਹੈ ਕਿ ਇੱਕ ਵੱਡਾ ਫੇਰ ਬਦਲ ਹੁੰਦਾ ਜ਼ਿੰਦਗੀ ਦੇ ਵਿੱਚ, ਤੇ ਮਹਿਲਾਂ ਦੇ ਵਿੱਚੋਂ ਨਿਕਲ ਕੇ ਸਿੱਧਾ ਜੇਲ੍ਹ ਤੇ ਜਾ ਕੇ ਰਹਿਣਾ ਇਹ ਵੀ ਸੌਖਾ ਨਹੀਂ ਹੁੰਦਾ, ਐਡਜਸਟ ਕਰਨਾ ਹੀ ਬੜਾ ਮੁਸ਼ਕਿਲ ਹੈ। ਸੋ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ ਹੋਣ ਚਾਹੇ ਹਰਿਆਣਾ ਦੀਆਂ ਜੇਲ੍ਹਾਂ ਹੋਣ, ਜਿਹੜੇ ਵੱਡੇ ਰਸੂਖਦਾਰ ਵਿਅਕਤੀ ਫਸੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਜਾਂ ਪੈਸੇ ਦਾ ਇਸਤੇਮਾਲ ਕਰਕੇ ਜੇਲ੍ਹ ਦੇ ਵਿੱਚ ਵੀ ਸਾਰੀਆਂ ਸਹੂਲਤਾਂ ਲੈ ਲੈਂਦੇ ਨੇ। ਸੋ ਇਹ ਵੀ ਦੇਖਣ ਦੀ ਲੋੜ ਹੈ ਕਿ ਜੇਲ੍ਹ ਦੇ ਵਿੱਚ, ਸਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਨੂੰ ਅੰਦਰ ਕਿੰਨੀਆਂ ਕੁ ਸਹੂਲਤਾਂ ਇਸ ਵੇਲੇ ਮਿਲ ਰਹੀਆਂ ਨੇ। ਪਰ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ, ਕਿਉਂਕਿ ਰਾਮ ਰਹੀਮ ਨੇ ਜਿਸ ਤਰੀਕੇ ਦੇ ਨਾਲ ਅਰਜ਼ੀ ਲਗਾਈ ਸੀ ਪੈਰੋਲ ਦੀ, ਉਹਨੇ ਇਹੀ ਕਿਹਾ ਸੀ ਕਿ ਮੇਰੀ ਜਿਹੜੀ ਮਾਂ ਆ ਉਹ ਗੰਭੀਰ ਬਿਮਾਰ ਹੈ ਤੇ ਮੈਨੂੰ ਉਹਨਾਂ ਦੇ ਨਾਲ ਕੁਝ ਦਿਨ ਰਹਿਣ ਦੀ ਜਿਹੜੀ ਆਗਿਆ ਦਿੱਤੀ ਜਾਵੇ, ਕਿਉਂਕਿ ਦੇਖੋ ਬਜ਼ੁਰਗ ਮਾਂ ਹਰ ਇੱਕ ਦੀ ਮਾਂ ਹੀ ਹੁੰਦੀ ਹੈ, ਤੇ ਜਦੋਂ ਕਿਸੇ ਦੀ ਮਾਂ ਬਿਮਾਰ ਹੁੰਦੀ ਹੈ ਤੇ ਸੁਭਾਵਿਕ ਹੈ ਕਿ ਹੁੰਦਾ ਹੈ ਕਿ ਮਾਂ ਦੇ ਕੋਲ ਜਾ ਕੇ ਆਪਾਂ ਰਹੀਏ। ਸੋ ਇਸ ਕਰਕੇ 21 ਦਿਨ ਦੀ ਪੈਰੋਲ ਮੰਗੀ ਗਈ ਸੀ ਤੇ ਪ੍ਰਸ਼ਾਸਨ ਨੇ 48 ਘੰਟੇ ਦੀ ਪੈਰੋਲ ਦੇ ਦਿੱਤੀ ਆ। ਪਰ ਪ੍ਰਸ਼ਾਸਨ ਤੇ ਪੁਲਿਸ ਦਾ ਇਹ ਵੀ ਦਾਅਵਾ ਕਿ ਉਹਦੇ ਨਾਲ ਸੁਰੱਖਿਆ ਯਾਨੀ ਕਿ ਨਿਗਰਾਨੀ ਦੇ ਦਾਇਰੇ ਹੇਠ ਹੀ ਰਾਮ ਰਹੀਮ ਨੂੰ ਇਹ ਪੈਰੋਲ ਦਿੱਤੀ ਗਈ ਹੈ। ਇਹ ਨਹੀਂ ਕਿ ਰਾਮ ਰਹੀਮ ਜਿੱਥੇ ਚਾਹੇ ਜਿੱਥੇ ਮਰਜ਼ੀ ਚਾਹੇ ਉੱਥੇ ਇਹਨਾਂ 48 ਘੰਟਿਆਂ ਦੇ ਵਿੱਚ ਜਾ ਆਵੇ। ਸੋ ਰਾਜਨੀਤੀ ਤੋਂ ਪ੍ਰੇਰਿਤ ਤਾਂ ਸੁਖਵਿੰਦਰ ਹੈ ਹੀ ਹੈ। ਅੱਛਾ, ਇੱਕ ਚੀਜ਼ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਗ੍ਰਿਫਤਾਰੀ ਆ ਉਸ ਗ੍ਰੰਥੀ ਸਾਹਿਬ ਦੀ ਜਿਹੜੇ ਅਰਦਾਸ ਕਰ ਰਹੇ ਸੀ ਉਹਨਾਂ ਦੀ ਹੋ ਗਈ, ਪਰ
ਇੱਥੇ ਬੀਜੇਪੀ ਨੇ ਵੀ ਇੱਕ ਸਵਾਲ ਉਠਾਇਆ ਕਿ ਜਿਹੜੀ ਉਹਨਾਂ ਨੂੰ ਧਾਰਮਿਕ ਸਜ਼ਾ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੀ ਜਾਂ ਜੋ ਵੀ ਕਾਇਦੇ ਕਾਨੂੰਨ ਨੇ ਸਿੱਖ ਧਰਮ ਦੇ ਉਸ ਅਕੋਰਡਿੰਗ ਹੁੰਦੀ, FIR ਜਿਹੜੀ ਦਰਜ ਹੋਈ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹ ਕਿਉਂ ਹੋਈ ਹੈ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਉਹ ਦੇਖੋ ਬੀਜੇਪੀ ਨੇ ਇਹ ਚੰਗਾ ਪੁਆਇੰਟ ਚੁੱਕਿਆ, ਕਿਉਂਕਿ ਹੁਣ ਤੱਕ ਜਿੰਨੇ ਵੀ ਧਾਰਮਿਕ ਮਸਲੇ ਹੁੰਦੇ ਨੇ ਸਿੱਖ ਕੌਮ ਦੇ, ਜ਼ਿਆਦਾ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਤੇ ਵੱਧ ਤੋਂ ਵੱਧ ਸ਼੍ਰੀ ਅਕਾਲ ਤਖਤ ਸਾਹਿਬ ਵੀ ਫੈਸਲਾ ਲੈਂਦੇ ਨੇ ਜੀ। ਸੋ ਪਰ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ ਕਿ ਇਹ ਪੁਲਿਸ ਦੇ ਕੋਲ ਮਾਮਲਾ ਚਲਿਆ ਗਿਆ, ਜਦੋਂ ਕਿ ਦੇਖਿਆ ਜਾਵੇ ਤਾਂ ਅਰਦਾਸ ਕਰਨਾ ਕੋਈ ਕਾਨੂੰਨ ਨਹੀਂ, ਮਾਫ ਕਰਨਾ ਕੋਈ ਜੁਰਮ ਨਹੀਂ ਹੈ, ਕੋਈ ਵੀ ਕਿਸੇ ਲਈ ਅਰਦਾਸ ਕਰ ਸਕਦਾ, ਪਰ ਕਿਉਂਕਿ ਇਹ ਰਾਮ ਰਹੀਮ ਦੇ ਲਈ ਅਰਦਾਸ ਕੀਤੀ ਗਈ ਸੀ, ਇਸ ਕਰਕੇ ਇਹ ਸਿੱਖ ਕੌਮ ਦੇ ਧਿਆਨ ਦੇ ਵਿੱਚ ਆਇਆ ਤੇ ਸਿੱਖਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ। ਸੋ ਹੋਣਾ ਤਾਂ ਦੇਖੋ ਇਹੀ ਚਾਹੀਦਾ ਸੀ ਕਿ ਕੋਈ ਧਾਰਮਿਕ ਸਜ਼ਾ ਹੀ ਮਿਲਣੀ ਚਾਹੀਦੀ ਸੀ, ਪਰ ਇਹ ਜਿਸ ਤਰੀਕੇ ਦੇ ਨਾਲ ਹੁਣ ਮਾਮਲਾ ਪੁਲਿਸ ਦੇ ਕੋਲ ਚਲਿਆ ਗਿਆ, FIR ਦਰਜ ਹੋ ਗਈ, ਤੇ ਫਿਰ ਜਿਹੜੇ ਸਵਾਲ ਨੇ ਉਹ ਉੱਠਣੇ ਲਾਜ਼ਮੀ ਨੇ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਅਨੇਕਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋ ਜਾਂਦੇ ਨੇ, ਅਗਜਨੀ ਵੀ ਲੱਗਦੀ ਆ, ਉਹਦੇ ਵਿੱਚ ਵੀ ਬੇਅਦਬੀਆਂ ਹੁੰਦੀਆਂ ਨੇ, ਤੇ ਉਹ ਇੰਨਾ ਵੱਡਾ ਮਾਮਲਾ ਤਾਂ SGPC ਕਾਨੂੰਨ ਦੇ ਦਾਇਰੇ 'ਚ ਲੈ ਕੇ ਨਹੀਂ ਗਈ, ਉਦੋਂ ਤਾਂ ਕੋਈ ਪੁਲਿਸ ਕਾਰਵਾਈ ਕੀਤੀ ਨਹੀਂ ਗਈ, ਤੇ ਇਹ ਫਿਰ ਜਿਹੜਾ ਇਹ ਇੱਕ ਮਾਮਲਾ ਹੈ ਇਹਨੂੰ ਹੁਣ ਪੁਲਿਸ ਕਾਰਵਾਈ ਦੇ ਅਧੀਨ ਲਿਆਂਦਾ ਗਿਆ। ਸੋ ਬੀਜੇਪੀ ਦੇ ਇਹ ਜਿਹੜਾ ਪੁਆਇੰਟ ਆ ਦੇਖੋ ਇਹ ਤਾਂ ਚੰਗਾ ਚੁੱਕਿਆ ਹੀ ਆ, ਪਰ ਸੋਚਣਾ ਇਹ ਚਾਹੀਦਾ ਸਾਡੀਆਂ ਸੰਸਥਾਵਾਂ ਨੂੰ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੋਣ, ਸੋਚਣਾ ਪਏਗਾ ਕਿ ਜਦੋਂ ਅਸੀਂ ਧਾਰਮਿਕ ਮਸਲਿਆਂ ਨੂੰ ਧਾਰਮਿਕ ਕਾਨੂੰਨਾਂ ਦੇ ਅਨੁਸਾਰ ਅਸੀਂ ਆਪਣੀਆਂ ਪਰੰਪਰਾਵਾਂ ਦੇ ਅਨੁਸਾਰ ਹੀ ਉਹਨਾਂ ਦੇ ਵਿੱਚ ਵਿਚਰਦੇ ਹਾਂ, ਉਹਨਾਂ ਨੂੰ ਦੇਖਦੇ ਹਾਂ, ਜਾਂਚ ਕਰਦੇ ਹਾਂ। ਸੋ ਇਹ ਵੀ ਇੱਕ ਮਾਮਲਾ ਵੈਸਾ ਹੀ ਸੀ, ਧਾਰਮਿਕ ਹੀ ਮਾਮਲਾ ਸੀ, ਤੇ ਇਸੇ ਕਰਕੇ ਇਹ ਬੀਜੇਪੀ ਨੇ ਵੈਲਿਡ ਪੁਆਇੰਟ ਉਠਾ ਲਿਆ, ਤੇ ਇਹ ਸੋਚਣਾ ਪਏਗਾ ਜ਼ਰੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਚਣਾ ਪਏਗਾ, ਕਿਉਂਕਿ ਹੁਣ ਜੇਕਰ ਬੀਜੇਪੀ ਦੇ ਇਸ ਸਵਾਲ ਤੇ SGPC ਕੋਈ ਸਵਾਲ ਦਿੰਦੀ ਹੈ ਤਾਂ SGPC ਦੇ ਕੋਲ ਜਵਾਬ ਹੀ ਨਹੀਂ ਹੈ ਕੋਈ, ਕਿਉਂਕਿ SGPC ਕਿੱਦਾਂ ਜਵਾਬ ਦੇਗੀ, ਤੇ ਉਹਦੇ ਨਾਲ ਦੀ ਨਾਲ ਫਟਾਫਟ ਸਵਾਲ ਇੱਕ ਹੋਰ ਇਹ ਆ ਜਾਣਾ ਕਿ ਜੇਕਰ ਇਹ ਧਾਰਮਿਕ ਸਜ਼ਾ ਦੇਣ ਦੀ ਜਗ੍ਹਾ ਤੁਸੀਂ FIR ਦਰਜ ਕਰਵਾਈ ਹੈ ਤਾਂ ਜਿਹੜੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਨੇ, ਫਿਰ ਉਸ ਤੁਸੀਂ ਇੰਨੇ ਵੱਡੇ ਕੇਸ ਤੇ ਜਿਹੜੀ ਪੁਲਿਸ ਕਾਰਵਾਈ ਆ ਉਹ ਕਿਉਂ ਰੋਕੀ ਸੀ? ਹਾਲਾਂਕਿ ਪਹਿਲਾਂ ਉਦੋਂ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸੀਗੇ, ਪਹਿਲਾਂ ਤਾਂ ਕਹਿ ਦਿੱਤਾ ਗਿਆ ਸੀ ਕਿ ਪੁਲਿਸ ਨੂੰ ਇਹ ਜਾਂਚ ਦਿੱਤੀ ਜਾਊਗੀ, ਪਰ ਬਾਅਦ ਦੇ ਵਿੱਚ ਸਲਾਹ ਮਸ਼ਵਰੇ ਹੁੰਦੇ ਨੇ, ਉਹ ਕਹਿੰਦੇ ਕਿ ਸਲਾਹ ਮਸ਼ਵਰਾ ਹੋਇਆ ਕਿ ਇਹ ਮਾਮਲਾ ਜਿਹੜਾ ਇਹ ਪੁਲਿਸ ਦੇ ਕੋਲ ਨਹੀਂ ਜਾਊਗਾ, ਇਹਨੂੰ ਇੱਕ ਧਾਰਮਿਕ ਪੱਖ ਤੋਂ ਹੀ ਵਿਚਾਰਿਆ ਜਾਊਗਾ, ਜਾਂਚ ਕੀਤੀ ਜਾਊਗੀ ਤੇ ਸਜ਼ਾ ਦਿੱਤੀ ਜਾਊਗੀ। ਤੇ ਫਿਰ ਹੁਣ ਇਹ ਸਵਾਲ ਸ਼੍ਰੋਮਣੀ ਕਮੇਟੀ ਤੇ ਵੀ ਸੁਖਵਿੰਦਰ ਉੱਠਦੇ ਨੇ, ਤੇ ਹੁਣ ਦੇਖਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੋਲ ਇਹਦਾ ਕੀ ਜਵਾਬ ਹੋਊਗਾ। ਅੱਛਾ, ਜਿਵੇਂ ਕਈ ਵਾਰ ਹੁੰਦਾ ਕਿ ਸਿਆਸੀ ਪਾਰਟੀਆਂ ਕੋਈ ਨਾ ਕੋਈ ਮੁੱਦਾ ਲੱਭਦੀਆਂ ਰਹਿੰਦੀਆਂ ਨੇ, ਉਸੇ ਤਰ੍ਹਾਂ ਸ਼ਾਇਦ ਬੀਜੇਪੀ ਨੂੰ ਇਹ ਮੁੱਦਾ ਵੀ ਮਿਲ ਗਿਆ, ਭਾਵੇਂ ਵਿਰੋਧੀ ਪਾਰਟੀਆਂ ਨੂੰ ਵੀ ਮਿਲਿਆ ਹੋਵੇ, ਉਹਦੇ ਵਿੱਚ ਜਿਹੜਾ ਵਿਅਕਤੀ ਹੈ, ਜਿਹੜਾ ਸਿੰਘ ਸਾਹਿਬ ਨੇ ਜਿਹੜੇ ਅਰਦਾਸ ਕਰ ਰਹੇ ਨੇ, ਉਹ ਕਹਿੰਦੇ ਕਿ ਸ਼ਡਿਊਲ ਹੋਣ ਕਰਕੇ, SC ਹੋਣ ਕਰਕੇ ਉਹਨਾਂ ਤੇ FIR ਦਰਜ ਹੋ ਗਈ ਆ। ਹਮੇਸ਼ਾ ਦੇਖਿਆ ਕਿ ਜਦ ਵੀ ਕੋਈ ਵਿਜੇ ਸਾਂਪਲਾ ਨੇ, ਲੋਕ ਸਭਾ ਮੈਂਬਰ ਨੇ ਸਾਬਕਾ, ਉਹ ਅਜਿਹੇ ਮਾਮਲੇ ਲਗਾਤਾਰ ਉਠਾਉਂਦੇ ਰਹਿੰਦੇ ਆ, ਤੇ ਇਸ ਵਾਰ ਫਿਰ ਉਹਨਾਂ ਨੇ ਇਹੀ ਮੁੱਦਾ ਉਠਾਇਆ ਕਿ ਜਿਹੜੇ ਸ਼ਡਿਊਲ ਹੋਣ ਕਰਕੇ, SC ਹੋਣ ਕਰਕੇ ਇਹ ਜਿਹੜਾ ਉਹਨਾਂ ਤੇ FIR ਹੋਈ ਹੈ, ਇੱਕ ਮੁੱਦਾ ਜ਼ਰੂਰ ਕਿਤੇ ਨਾ ਕਿਤੇ ਮਿਲ ਗਿਆ, ਤੇ ਨਾਲ ਦੀ ਨਾਲ ਉਸ ਅਰਦਾਸ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜਾ ਵਿਜੇ ਸਾਂਪਲਾ ਹੋਰਾਂ ਨੇ ਬਰਗਾੜੀ ਮੁੱਦਾ ਵੀ ਇਸ ਦੌਰਾਨ ਉਠਾਇਆ, ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਕਿ ਜਿਹੜੇ ਸਿੱਖ ਨੇ ਉਹ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ, ਹਮੇਸ਼ਾ ਸਰਬੱਤ ਦੇ ਭਲੇ ਦੀ ਮੰਗਦੇ ਆ। ਉਹਨਾਂ ਨੇ ਰਾਮ ਰਹੀਮ ਦੇ ਹੱਕ ਦੇ ਵਿੱਚ ਇੱਕ ਤਰ੍ਹਾਂ ਦਾ ਬਿਆਨ ਵੀ ਦਿੱਤਾ, ਤੇ ਉਹਨਾਂ ਦਾ ਕਹਿਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਤਾਂ ਹਰ ਕੋਈ ਵਿਅਕਤੀ ਜਿਹੜਾ ਪੇਸ਼ ਹੋ ਸਕਦਾ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਕਾਨੂੰਨੀ ਕਾਰਵਾਈ ਕਰਾਉਣੀ ਹੈ ਤਾਂ ਜਿਹੜੇ ਬਰਗਾੜੀ ਦੇ ਮਾਮਲੇ ਦੇ ਦੋਸ਼ੀ ਨੇ ਉਹਨਾਂ ਨੂੰ ਕਿਉਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਹੋਰ ਵੀ ਅਨੇਕਾਂ ਹੀ ਮਾਮਲੇ ਨੇ ਅਜਿਹੇ ਜਿਨ੍ਹਾਂ ਦੇ ਵਿੱਚ ਧਾਰਮਿਕ ਸਜ਼ਾਵਾਂ ਹੀ ਦਿੱਤੀਆਂ ਜਾਂਦੀਆਂ ਨੇ, ਤੇ ਜਿਹੜਾ ਵਿਜੇ ਸਾਂਪਲਾ ਨੇ ਬਾਕੀ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਆ। देखो पहला तो जी FIR हुई है मैं पढ़ी है, FIR की कापी भी मंगवाई है, और वो मैं संबंधित अधिकारियों को नोटिस भी जारी किया, वो रिपोर्ट मंगवाई।
ਪਰ ਜਿਹੜੀ ਮੈਂ ਪੂਰੀ FIR ਪੜ੍ਹੀ ਹੈ ਉਹਦੇ 'ਚ ਕਿਤੇ ਵੀ ਐਸਾ ਸ਼ਬਦ ਨਹੀਂ ਹੈ ਜਿਹਦੇ ਲਈ ਅਸੀਂ 295 ਲਗਾ ਦਈਏ। ਸੋ ਮੈਂ ਕਹਿ ਸਕਦਾ ਕਿ ਉਹ ਜਿਹੜਾ ਇਹਨੂੰ ਕਿਤੇ ਰਾਜਨੀਤਿਕ ਕਾਰਨਾਂ ਕਰਕੇ ਦੇਖਿਆ ਜਾ ਸਕਦਾ, ਪਰ ਉਹਦੇ 'ਤੇ 295 ਲਗਾਉਣ ਵਾਲਾ ਜਾਂ FIR ਕਰਨ ਵਾਲਾ ਕੰਮ ਕੋਈ ਨਹੀਂ ਸੀ। ਹੋ ਸਕਦਾ ਕਿ ਕੁਝ ਚੀਜ਼ਾਂ ਉਹਨਾਂ ਦੀਆਂ ਗਲਤ ਹੋਣਗੀਆਂ, ਹੋ ਸਕਦਾ, ਕਿਉਂਕਿ ਰਿਪੋਰਟ ਆਉਣ 'ਤੇ ਬਾਕੀ ਗੱਲ ਹੋਊਗੀ। ਪਰ ਇਸ ਤਰੀਕੇ ਨਾਲ ਤਾਂ ਪੂਰੇ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਿਆਂ ਹੋ ਰਿਹਾ, ਦੇਸ਼ ਪ੍ਰਧਾਨ ਮੰਤਰੀ ਦਾ ਉਹਦੇ ਨਾਲ ਅਪਮਾਨ ਹੋ ਰਿਹਾ, ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਔਰ ਅਗਰ ਜੇ ਉਹਦੀ ਸਾਰੀ FIR ਨੂੰ ਪੜ੍ਹ ਕੇ ਜੇ 295 ਇਹਦਾ ਲਗਾਉਣਾ, ਤੇ ਜਦੋਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਸੀ, ਫਿਰ ਉਦੋਂ ਕਿਉਂ ਨਹੀਂ ਲਗਾਇਆ? ਜੇ ਉਦੋਂ ਹੀ ਲਗਾਉਣਾ ਸੀ ਤਾਂ ਫਿਰ ਸੁਖਬੀਰ ਨੇ ਉਹਨਾਂ ਦਾ ਸਮਝੌਤਾ ਕਰਾਇਆ, ਤੇ ਉੱਥੋਂ ਕਿਉਂ ਨਹੀਂ ਲਗਾਇਆ? ਤਾਂ ਫਿਰ ਜੇ ਸਾਡਾ ਤਾਂ ਗੁਰੂਆਂ ਦਾ ਸਾਨੂੰ ਸੰਦੇਸ਼ ਸਾਂਝੀਵਾਲਤਾ ਦਾ ਔਰ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ, ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਈ ਜਿਹੜਾ ਭਾਈ ਕਨਈਆ ਜੀ, ਉਹ ਉਹਨਾਂ ਨੂੰ ਪਾਣੀ ਪਿਲਾਉਂਦੇ ਸੀ ਜਿਹੜੇ ਸਿੱਖਾਂ ਦਾ ਕਤਲੇਆਮ ਕਰਦੇ ਸੀ। ਔਰ ਗੁਰੂਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਸੀ ਤਾਂ ਉਹ ਕਹਿੰਦੇ ਮੈਨੂੰ ਤਾਂ ਸਾਰਿਆਂ 'ਚ ਤੁਹਾਡਾ ਰੂਪ ਦਿਖਦਾ। ਭਾਵ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਉਦੋਂ ਅਸੀਂ ਨਾ ਤਾਂ ਕਿਸੇ ਧਰਮ ਦੀ ਗੱਲ ਕਰਦੇ, ਨਾ ਕਿਸੇ ਵਿਅਕਤੀ ਦੀ ਗੱਲ ਕਰਦੇ, ਨਾ ਸਾਰਿਆਂ ਦੇ ਵਿੱਚ ਪੂਰੀ ਕਾਇਨਾਤ ਆਉਂਦੀ ਹੈ। ਔਰ ਜਦੋਂ ਜੇ ਸਾਨੂੰ ਸਿੱਖਿਆ ਹੀ ਉਹਨਾਂ ਨੇ ਦਿੱਤੀ, ਔਰ ਉਸ ਵਿਅਕਤੀ ਨੇ ਜਿਹੜਾ ਗੁਰਮੇਲ ਸਿੰਘ ਹੈ, ਉਹਦੀ ਮੈਂ ਵੀਡੀਓ ਵੀ ਦੇਖੀ। ਉਸ ਵੀਡੀਓ 'ਚ ਉਹਨੇ ਇਹੀ ਕਿਹਾ ਕਿ ਮੈਂ ਬਾਬਾ ਰਾਮ ਰਹੀਮ ਨੂੰ ਗੁਰਦੁਆਰਾ ਲੈ ਕੇ ਆਵਾਂਗਾ, ਭਾਵ ਗੁਰੂ ਗ੍ਰੰਥ ਦੀ ਸ਼ਰਨ 'ਚ ਲੈ ਕੇ ਆਵਾਂ। ਤੇ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਲੈ ਕੇ ਆਉਂਦਾ, ਤਾਂ ਫਿਰ ਕਿਸੇ ਦੱਸੋ ਕਿੱਥੇ ਹਤਾਹਤ ਹੁੰਦੀ ਹੈ, ਕਿਸ ਦੀਆਂ ਭਾਵਨਾਵਾਂ ਤੇ? ਔਰ ਮੈਂ ਇਹ ਕਹਿੰਦਾ ਕਿ ਇੱਥੇ ਦੇਸ਼ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਕੀਆਂ 'ਤੇ FIR ਨਹੀਂ ਕੀਤੀ ਗਈ, ਸਿਰਫ ਇੱਕ SC ਦਾ ਕਿਉਂਕਿ ਉਹਦੇ 'ਤੇ ਕੀਤਾ ਗਿਆ, ਕਿਉਂਕਿ ਉਹਦੇ 'ਚ ਉਸਨੇ ਕੁਝ ਰਾਜਨੀਤਿਕ ਗੱਲਾਂ ਵੀ ਕਹੀਆਂ। ਉਹ ਧਾਰਮਿਕ ਤੌਰ ਦੇ ਉੱਤੇ ਗਲਤ ਹੋ ਗਏ। ਇੱਥੇ ਵੱਡੇ ਵੱਡੇ ਦੇ ਉਹਨਾਂ ਨੂੰ ਤਨਖਾਹਾਂ ਕਰਦੇ, ਤਨਖਾਹੀਆ ਕਰਾਰ ਦਿੰਦੇ ਆ। ਗੁਰਦੁਆਰਾ ਜਥੇਦਾਰ ਸਾਹਿਬ ਉਹਨਾਂ ਦੀ ਆਣ ਕੇ ਆਪਣੀ ਸੁਣਵਾਈ ਕਰਨ, ਗੁਰਦੁਆਰੇ ਦੇ ਤੌਰ 'ਤੇ ਉਹਦੀ ਸੁਣਵਾਈ ਹੁੰਦੀ ਤਾਂ ਗੱਲ ਹੋਰ ਸੀ। ਪਰ ਇਹਦੇ 'ਚ ਮੈਂ ਕਹਿ ਸਕਦਾ ਕਿ ਸੱਤਾ ਦਾ ਦੁਰਉਪਯੋਗ ਕੀਤਾ। ਤੁਹਾਨੂੰ ਕੀ ਕਾਰਨ ਲੱਗਦਾ ਕਿ ਮੇਨ ਸੁਖਬੀਰ ਸਿੰਘ ਬਾਦਲ ਦਾ ਵਿੱਚ ਨਾਮ ਦਿੱਤਾ ਗਿਆ? ਨਹੀਂ, ਕੈਪਟਨ ਸਾਹਿਬ ਦਾ ਵੀ ਦਿੱਤਾ ਹੈ ਉਹਨਾਂ ਨੇ। ਮੈਂ ਉਹੀ ਕਹਿੰਦਾ ਕਿ ਸਿਰਫ ਉਹਦੇ 'ਚ ਰਾਜਨੀਤਿਕ ਕਾਰਨ ਆ, ਕਿ ਰਾਜਨੀਤੀਕਰਨ 'ਚ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਆ, ਪਰ FIR 'ਚ ਉਹਨਾਂ ਚੀਜ਼ਾਂ ਨੂੰ ਦਰਜ ਨਹੀਂ ਕੀਤਾ ਗਿਆ। ਪਰ ਕਾਰਨ ਜਿਹੜਾ ਆ ਉਹ ਕੈਪਟਨ ਸਾਹਿਬ ਵੀ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਕਰਾਉਣ ਵਾਲਾ, ਫੈਸਲਾ ਕਰਾਉਣ ਵਾਲਾ ਕੌਣ ਸੀ? ਔਰ ਜੇ ਅੱਜ ਤੱਕ ਬਹਿਬਲ ਕਲਾਂ ਦੇ ਬਰਾੜੀ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ, ਉਹਨਾਂ ਦੇ ਉੱਤੇ ਕਿਉਂ ਨਹੀਂ ਕੀਤੀ ਗਈ? ਜਦੋਂ ਕਿ ਉਹ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਲਈ, ਉਹਨੂੰ ਮੈਟਰ ਨੂੰ ਟਵਿਸਟ ਕਰਨ ਲਈ, ਔਰ ਉਹਦਾ ਜਿਹੜਾ ਮੋਹਰਾ ਆ ਜਾਂ ਉਹਦੇ 'ਤੇ ਕਹਿੰਦੇ ਨਿਵਾਲਾ ਜਿਹੜਾ ਆ ਉਹ ਅਨੁਸੂਚਿਤ ਜਾਤੀ ਨੂੰ ਬਣਾਇਆ ਜਾ ਰਿਹਾ। ਕਿਉਂ ਕਿ ਉਸਨੇ ਅਰਦਾਸ 'ਚ ਵੀ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਨਵਾਂ ਸੁਪਨਾ ਦਿਖਾਇਆ ਕਿ ਦੇਸ਼ ਦਾ ਪ੍ਰਦੇਸ਼ ਦਾ ਮੁੱਖ ਮੰਤਰੀ ਅਨੁਸੂਚਿਤ ਜਾਤੀ ਦਾ। ਇਸ ਚੀਜ਼ ਦਾ ਵੀ ਦੁੱਖ ਹੋ ਸਕਦਾ ਕਿ ਅੱਜ ਅਨੁਸੂਚਿਤ ਜਾਤੀ ਦੇ ਲੋਕ ਗੁਰਦੁਆਰਿਆਂ 'ਚ ਅਰਦਾਸ ਕਰ, ਔਰ ਅਰਦਾਸ ਅਸੀਂ ਸਾਰਿਆਂ ਲਈ ਕਰਦੇ, ਅਸੀਂ ਜਿਹੜੇ ਸਾਡੇ ਤੋਂ ਸਾਥੀ ਵਿਛੜ ਜਾਂਦੇ ਉਹਨਾਂ ਦੀ ਆਤਮਾ ਲਈ ਵੀ ਕਰਦੇ। ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਵਾਹਿਗੁਰੂ ਸਾਰਿਆਂ ਨੂੰ ਸਦਬੁੱਧੀ ਦੇਵੇ। ਤੇ ਜੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਵੀ ਰਾਮ ਰਹੀਮ ਆਣ ਕੇ ਸਾਡੇ ਗੁਰਦੁਆਰੇ ਮੱਥਾ ਟੇਕਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ 'ਚ ਆਉਣ, ਤੇ ਸਦਬੁੱਧੀ ਦੀ ਗੱਲ ਕਰਦੇ ਆਪਾਂ। ਸੋ ਇਹਦੇ 'ਚ ਮੈਨੂੰ ਕਿਤੇ ਵੀ ਕੋਈ ਗਲਤ ਨਹੀਂ ਕੀਤੀ। ਇਹ ਸਿਰਫ ਰਾਜਨੀਤਿਕ ਕਾਰਨਾਂ ਕਰਕੇ ਉਸ ਨੂੰ ਮੈਂ ਕਹਿੰਦਾ ਕਿ ਪੁਲਿਸ ਨੇ ਉਹਦਾ ਦਬਾਅ ਥੱਲੇ ਇੱਕ ਸੱਤਾ ਦੇ ਦੁਰਉਪਯੋਗ ਦਾ ਇੱਕ। ਇਹ ਸਨ ਸਾਬਕਾ ਸਾਂਸਦ ਵਿਜੇ ਸਾਂਪਲਾ, ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ। ਇਸ ਤੋਂ ਇਲਾਵਾ ਰਾਮ ਰਹੀਮ ਦੇ ਪੈਰੋਲ ਦੇਣ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਿੰਘ ਬੰਦੀ ਨੇ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਕਰੋਨਾ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ, ਉਸ ਸਭ ਦੇ ਬਾਵਜੂਦ ਵੀ ਜਿਹੜਾ ਰਿਹਾ ਨਹੀਂ ਕੀਤਾ ਜਾ ਰਿਹਾ। ਤੇ ਦੂਸਰੇ ਪਾਸੇ ਜਿਹੜਾ ਕਿ ਰਾਮ ਰਹੀਮ ਨੇ ਉਹਨਾਂ ਨੂੰ ਪੈਰੋਲ ਦੇ ਦਿੱਤੀ ਗਈ ਹੈ। ਤੇ ਸਿੱਖਾਂ ਨਾਲ ਹਮੇਸ਼ਾ ਧੱਕੇਸ਼ਾਹੀ ਹੁੰਦੀ ਹੈ, ਤੇ ਉਹ ਹੁਣ ਦੀਆਂ ਸਰਕਾਰਾਂ ਹੋਣ ਭਾਵੇਂ ਪਹਿਲਾਂ ਦੀਆਂ ਸਰਕਾਰਾਂ ਹੋਣ, ਹਮੇਸ਼ਾ ਹੀ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ। ਰਾਓ ਸਾਹਿਬ, ਜਥੇਦਾਰ ਸਾਹਿਬ ਹੋਰਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਇੱਕ ਪਾਸੇ ਲਗਾਤਾਰ ਜਿਹੜੇ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘ ਨੇ, ਉਹਨਾਂ ਦੀ ਰਿਹਾ ਹੋਣ
ਦੀ ਮੰਗ ਕੀਤੀ ਜਾਂਦੀ ਹੈ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਦੂਸਰੇ ਪਾਸੇ ਜਿਹੜੇ ਰਾਮ ਰਹੀਮ ਹੋਰਾਂ ਨੂੰ ਪੈਰੋਲ ਤੇ ਦੇ ਦਿੱਤੇ ਗਈ ਹੈ, ਤੇ ਹੁਣ ਜਿਹੜੇ ਜਥੇਦਾਰ ਹੋਰਾਂ ਨੇ ਵੀ ਇਸ ਪ੍ਰਤੀਕਿਰਿਆ ਦਿੱਤੀ ਹੈ ਕਿ ਕਿਤੇ ਨਾ ਕਿਤੇ ਧੱਕਾ ਜਿਹੜਾ ਸਿੱਖਾਂ ਨਾਲ ਹੋ ਰਿਹਾ। ਕਿਵੇਂ ਦੇਖਦੇ ਹੋ ਚੀਜ਼ ਨੂੰ? ਜੀ ਦੇਖੋ ਸੁਖਵਿੰਦਰ, ਗੱਲ ਨਾ ਸਾਡੇ ਦਰਸ਼ਕ ਵੀ ਸਾਡੇ ਨਾਲ ਜੁੜੇ ਹੋਏ ਨੇ। ਗੱਲ ਤਾਂ ਦੇਖੋ ਸਮੇਂ ਦੀ ਹੈ, ਸਮੇਂ ਦੀ ਗੱਲ ਹੈ। ਸਾਡੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਗਈ ਸੀ ਰਾਮ ਰਹੀਮ ਨੂੰ, ਠੀਕ ਹੈ, ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਵਿਰੋਧ ਕਰ ਰਹੇ ਨੇ ਕਿ ਇਹ ਪੈਰੋਲ ਰਾਮ ਰਹੀਮ ਨੂੰ ਰਾਜਨੀਤੀ ਦੇ ਕਰਕੇ ਦਿੱਤੀ ਗਈ ਆ। ਹਾਂ, ਉਹਨਾਂ ਦਾ ਜਿਹੜਾ ਇਹ ਇੱਕ ਵੈਲਿਡ ਪੁਆਇੰਟ ਆ ਕਿ ਜਿਹੜੇ ਕਿੰਨੇ ਅਨੇਕਾਂ ਦਹਾਕਿਆਂ ਤੋਂ ਬੰਦੀ ਸਿੰਘ ਨੇ ਜਿਹੜੇ, ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਤਾਂ ਪਰ ਫਿਰ ਵੀ ਉਹ ਬੰਦ ਨੇ। ਦੇਖੋ ਇਹ ਸੋਚਣਾ ਪਏਗਾ, ਸਰਕਾਰਾਂ ਨੂੰ ਸੋਚਣਾ ਪਊਗਾ ਕਿ ਜਦੋਂ ਕਿਸੇ ਵਿਅਕਤੀ ਦੀ ਜੋ ਉਸ ਤੇ ਜ਼ੁਲਮ ਲੱਗੇ ਸੀ, ਜੋ ਸਾਬਤ ਹੋਏ ਸੀ, ਅਗਰ ਉਸ ਦੀ ਸਜ਼ਾ ਹੀ ਕੰਪਲੀਟ ਹੋ ਗਈ ਹੈ ਤੇ ਫਿਰ ਉਹਨਾਂ ਨੂੰ ਸਜ਼ਾ ਹੋਣ ਤੋਂ ਬਾਅਦ ਵੀ ਕਿਉਂ ਇੰਨਾ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ? ਤੇ ਉਹਨਾਂ ਨੂੰ ਵੀ ਪੂਰਾ ਅਧਿਕਾਰ ਹੈ, ਕਿਉਂਕਿ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਸਜ਼ਾ ਉਹਨਾਂ ਦੀ ਬਣਦੀ ਸੀ ਉਹ ਭੁਗਤ ਚੁੱਕੇ ਨੇ, ਤੇ ਹੁਣ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਜਿਹੜਾ ਇੱਕ ਚੰਗਾ ਵੈਲਿਡ ਪੁਆਇੰਟ ਚੁੱਕਿਆ ਕਿ ਜੇਕਰ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਫਿਰ ਜਿਹੜੇ ਦਹਾਕਿਆਂ ਤੋਂ ਜੇਲ੍ਹਾਂ ਅੰਦਰ ਬੰਦ ਨੇ ਸਾਡੇ ਬੰਦੀ ਸਿੰਘ, ਉਹਨਾਂ ਬਾਰੇ ਕਿਉਂ ਨਹੀਂ ਸਰਕਾਰਾਂ ਸੋਚਦੀਆਂ? ਤੇ ਇਹ ਥੋੜਾ ਜਿਹਾ ਫਿਰ ਸਰਕਾਰਾਂ ਨੂੰ ਵੀ ਸੋਚਣਾ ਪਊਗਾ। ਪਰ ਜਿਹੜੀ ਗੇਮ ਇੱਥੇ ਹੋ ਰਹੀ ਹੈ ਇਹ ਪੂਰੀ ਇਸ ਮਾਮਲੇ ਨੂੰ ਲੈ ਕੇ ਸੁਖਵਿੰਦਰ ਰਾਜਨੀਤੀ ਹੋ ਰਹੀ ਹੈ। ਹੁਣ ਵਿਜੇ ਸਾਂਪਲਾ ਵੀ ਆਏ ਨੇ, ਠੀਕ ਹੈ, ਉਹ ਬੀਜੇਪੀ ਦੇ ਆਗੂ ਨੇ, ਪਰ ਉਹ ਜਿਹੜਾ ਕੌਮੀ ਕਮਿਸ਼ਨ ਹੈ ਅਨੁਸੂਚਿਤ ਜਾਤੀਆਂ ਦਾ, ਉਹਦੇ ਚੇਅਰਮੈਨ ਵੀ ਨੇ। ਇਸ ਕਰਕੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ, ਕਿਉਂਕਿ ਜਿਹੜੇ ਗ੍ਰੰਥੀ ਸਿੰਘ ਨੇ ਉਹ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ। ਦੇਖੋ ਹੁਣ ਉਹਨਾਂ ਨੇ ਇਹੀ ਆਰੋਪ ਲਗਾਇਆ ਕਿ ਇੱਕ ਦਲਿਤ ਹੋਣ ਦੀ ਜਿਹੜੀ ਸਜ਼ਾ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਪਹਿਲੀ ਗੱਲ ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਸੀ, ਉਹ ਵਿਜੇ ਸਾਂਪਲਾ ਨੇ ਵੀ ਉਹੀ ਤੁਸੀਂ ਸੁਣਿਆ ਕਿ ਗੱਲ ਕੀਤੀ ਆ ਕਿ ਸਿੱਖ ਧਰਮ ਹੈ ਜਿਹੜਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸਰਬੱਤ ਦਾ ਭਲਾ ਦੀ ਗੱਲ ਕਰਦੇ ਨੇ। ਆਪਾਂ ਵੀ ਜਦੋਂ ਅਰਦਾਸ ਕਰਦੇ ਹਾਂ ਅਸੀਂ ਸਰਬੱਤ ਦਾ ਭਲਾ, ਹੁਣ ਸਰਬੱਤ ਦਾ ਭਲਾ ਜਦੋਂ ਮੰਗਦੇ ਆ ਤੇ ਉਹਦੇ 'ਚ ਤਾਂ ਸਾਰੇ ਹੀ ਆਉਂਦੇ ਨੇ ਜੀ, ਬਿਲਕੁਲ, ਤੇ ਉਹਦੇ 'ਚ ਤੁਸੀਂ ਆਉਂਦੇ ਹੋ, ਮੈਂ ਆਉਣਾ, ਉਹਦੇ 'ਚ ਰਾਮ ਰਹੀਮ ਵੀ ਆਉਂਦਾ। ਤੇ ਫਿਰ ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਲੇਕਿਨ ਰਾਮ ਰਹੀਮ ਨੂੰ ਉਹਦੇ ਚੋਂ ਅਸੀਂ ਬਾਹਰ ਕੱਢਤਾ ਜਾਂ ਉਹ ਫਲਾਣੇ ਬੰਦੇ ਨੂੰ ਬਾਹਰ ਕੱਢਤਾ। ਇਹ ਗੱਲ ਨਹੀਂ ਹੋ ਸਕਦੀ। ਜੇਕਰ ਸਾਨੂੰ ਸਾਡਾ ਧਰਮ ਕੋਈ ਚੰਗੇ ਸਿੱਖਿਆ ਦੇ ਰਿਹਾ, ਚੰਗੀਆਂ ਰਾਹਾਂ ਤੇ ਜਾਣ ਦੀ ਗੱਲ ਕਰਦਾ, ਅਸੀਂ ਉਹ ਸਿੱਖਿਆਵਾਂ ਹੁਣ ਤੱਕ ਪੜ੍ਹਦੇ ਆ ਰਹੇ ਹਾਂ ਪਰ ਅਸੀਂ ਅਮਲ ਨਹੀਂ ਕਰਦੇ। ਹੁਣ ਦੇਖੋ, ਇਹ ਤਾਂ ਜੇ ਅਰਦਾਸ ਜੇ ਵੀਡੀਓ ਬਣ ਗਈ ਤੇ ਬਾਹਰ ਆ ਗਈ ਗੱਲ, ਤਾਂ ਇਹ ਇੰਨਾ ਮੁੱਦਾ ਤੂਲ ਫੜ ਗਿਆ। ਹੁਣ ਜੇ ਉਹ ਰੋਜ਼ ਹੀ ਅਰਦਾਸ ਕਰਦੇ ਹੋਣੇ ਆ, ਕਿਉਂਕਿ ਉਹ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ, ਉਹ ਤਾਂ ਸਵੇਰੇ ਸ਼ਾਮ ਜਦੋਂ ਵੀ ਪਾਠ ਕਰਦੇ ਆ ਤੇ ਅਰਦਾਸ ਕਰਦੇ ਹੀ ਕਰਦੇ ਆ। ਉਹ ਕੀ ਪਤਾ ਹੁਣ ਉਹ ਰੋਜ਼ ਹੀ ਇਹ ਗੱਲ ਮੰਗਦੇ ਹੋਣ, ਅਰਦਾਸ ਕਰਦੇ ਹੋਣ, ਠੀਕ ਹੈ। ਤੇ ਕੋਈ ਵੀ ਇਨਸਾਨ ਹੈ ਜਦੋਂ ਉਹ ਅਰਦਾਸ ਕਰਦਾ ਜਾਂ ਆਪਾਂ ਮਨ ਦੇ ਵਿੱਚ ਅਰਦਾਸ ਕਰਦੇ ਆ, ਕਿਸੇ ਨੂੰ ਕੀ ਪਤਾ ਕਿ ਮੈਂ ਕੀ ਮੰਗ ਰਿਹਾ ਅਰਦਾਸ ਦੇ ਵਿੱਚ ਜਾਂ ਤੁਸੀਂ ਕੀ ਮੰਗਦੇ ਹੋ। ਗੱਲ ਇਹ ਹੈ ਕਿ ਇਹ ਗੱਲ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਹੈ, ਪਰ ਇਹ ਥੋੜਾ ਜਿਹਾ ਇਹ ਸੋਚਣਾ ਚਾਹੀਦਾ ਸੀ। ਇਹ ਜ਼ਰੂਰ ਲੱਗਦਾ ਕਿ ਇਹ ਮਾਮਲਾ ਇੰਨਾ ਵੱਡਾ ਨਹੀਂ ਸੀ ਕਿ ਉਹ ਪੁਲਿਸ ਦੀ FIR ਦਰਜ ਉਹਦੇ ਤੇ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਜੇ ਹੁਣ ਆਪਾਂ ਕਹਿ ਦਈਏ ਕਿ ਜਿੱਦਾਂ ਵਿਜੇ ਸਾਂਪਲਾ ਕਹਿ ਰਹੇ ਨੇ ਕਿ ਉਹ ਗ੍ਰੰਥੀ ਸਿੰਘ ਆ, ਕਿ ਉਹਨੇ ਇਹ ਵੀ ਅਰਦਾਸ ਕੀਤੀ ਸੀ ਕਿ ਰਾਮ ਰਹੀਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਆਵੇ। ਤੇ ਹੁਣ ਦੇਖੋ, ਜੇ ਕੱਲ ਨੂੰ ਰਾਮ ਰਹੀਮ ਆਪਣੀ ਗਲਤੀ ਮੰਨ ਲੈਂਦਾ, ਕੱਲ ਨੂੰ ਉਹਨੂੰ ਪਛਤਾਤਾਪ ਹੁੰਦਾ ਕਿ ਮੈਂ ਬਹੁਤ ਭਾਰੀ ਗਲਤੀ ਕਰ ਲਈ ਹੈ, ਮੈਂ ਪਛਤਾਤਾਪ ਕਰਨਾ, ਚਾਹੇ ਉਹ ਦਰਬਾਰ ਸਾਹਿਬ ਜਾ ਕੇ ਮੈਂ ਭੁੱਲ ਬਖਸ਼ਾਉਣੀ ਆ, ਚਾਹੇ ਹੋਰ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਭੁੱਲ ਬਖਸ਼ਾਉਣੀ ਆ। ਤੇ ਵੱਡਾ ਸਵਾਲ ਇਹ ਹੈ ਕਿ ਫਿਰ ਅਸੀਂ ਉਸ ਨੂੰ ਰੋਕਾਂਗੇ? ਕੀ ਅਸੀਂ ਰੋਕਾਂਗੇ ਰਾਮ ਰਹੀਮ ਨੂੰ ਕਿ ਨਹੀਂ ਤੂੰ ਗੁਰਦੁਆਰਾ ਸਾਹਿਬ ਤੁਸੀਂ ਤਾਂ ਆ ਹੀ ਨਹੀਂ ਸਕਦੇ, ਅਸੀਂ ਤਾਂ ਤੁਹਾਨੂੰ ਵੜਨੇ ਨਹੀਂ ਦੇਣਾ ਹੈ? ਤੇ ਫਿਰ ਉੱਥੇ ਜਿਹੜਾ ਸਾਡਾ ਸਿੱਖ ਧਰਮ ਦਾ ਸਿਧਾਂਤ ਹੈ ਸਰਬ ਸਾਂਝੀਵਾਲਤਾ ਦਾ, ਤੇ ਫਿਰ ਉਹ ਅਸੀਂ ਉਹਨਾਂ ਤੇ ਹੀ ਫਿਰ ਉਲਟ ਚੱਲਾਂਗੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਈ ਜਿਹੜਾ ਹਰ ਇੱਕ ਮਨੁੱਖ ਹੈ ਜਿਸਨੇ ਵੀ ਦੁਨੀਆ ਤੇ ਜਨਮ ਲਿਆ, ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਹੈ, ਕਿਸੇ ਧਰਮ ਨਾਲ ਸੰਬੰਧਿਤ, ਤਾਂ ਉਹਨਾਂ ਦੇ ਲਈ ਸਿਰਫ ਉਹ ਇਨਸਾਨ ਹੈ, ਮਨੁੱਖ ਹੈ। ਤਾਂ ਜਿਹੜਾ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦਾ ਉਹਦੇ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਹੁਣ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਠੀ ਸਿੰਘ ਨੇ ਇੱਕ ਪਾਸੇ ਅਰਦਾਸ ਕੀਤੀ ਤੇ ਉਦੋਂ ਨਾਲ ਦੀ ਨਾਲ ਉਧਰ ਪੈਰੋਲ ਰਾਮ ਰਹੀਮ ਦੀ ਹੋ ਗਈ ਹੈ। ਬਿਲਕੁਲ।
ਸੋ ਇਹਦੇ ਲਈ ਸਾਨੂੰ ਇਹ ਵੀ ਹੋਣਾ ਇਹ ਵੀ ਇੱਕ ਮੰਨਣਾ ਚਾਹੀਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੀਤੀ ਹੋਈ ਅਰਦਾਸ ਵਿਅਰਥ ਨਹੀਂ ਜਾਂਦੀ। ਤੇ ਜਦੋਂ ਰਾਮ ਰਹੀਮ ਵਰਗੇ ਇਨਸਾਨਾਂ ਦੇ ਲਈ ਕੀਤੀ ਹੋਈ ਅਰਦਾਸ ਪੂਰੀ ਹੋ ਜਾਂਦੀ ਹੈ ਤੇ ਇਹ ਸੋਚੋ ਕਿ ਅਸੀਂ ਜੇਕਰ ਹੋਰ ਗੁਰੂ ਮਹਾਰਾਜ ਜੀ ਅੱਗੇ ਅਰਦਾਸਾਂ ਕਰੀਏ ਤੇ ਹੋਰ ਵੀ ਬਹੁਤ ਕੁਝ ਪੂਰਾ ਹੋ ਸਕਦਾ, ਪਰ ਅਸੀਂ ਉਹ ਧਿਆਨ ਨਹੀਂ ਦਿੰਦੇ ਕਿਉਂਕਿ ਸਾਡੇ ਕੋਲ ਜਿਹੜੀ ਸਾਡੀ ਇਸ ਵੇਲੇ ਜ਼ਰੂਰੀ ਚੀਜ਼ਾਂ ਨੇ ਉਹ ਪੈਸਾ ਹੈ, ਰਾਜਨੀਤੀ ਹੈ, ਪਾਵਰ ਹੈ। ਇਹਨਾਂ ਦੇ ਪਿੱਛੇ ਹੀ ਅਸੀਂ ਜ਼ਿਆਦਾਤਰ ਘੁੰਮ ਰਹੇ ਹਾਂ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਜਾਂ ਦੇਸ਼ ਦੀ ਸਾਡੀ ਰਾਜਨੀਤੀ ਇਹੋ ਜਿਹੀ ਹੋ ਗਈ ਹੈ ਤੇ ਰਾਜਨੀਤੀ ਇਹ ਕਹਿੰਦੀ ਆ ਕਿ ਜੇਕਰ ਵੋਟਾਂ ਤੁਹਾਨੂੰ ਨਹੀਂ ਮਿਲ ਰਹੀਆਂ ਤਾਂ ਧਾਰਮਿਕ ਮੁੱਦੇ ਨੇ, ਜਿਹੜੇ ਧਾਰਮਿਕ ਦੰਗੇ ਨੇ, ਜਾਤੀਵਾਦੀ ਦੰਗੇ ਨੇ, ਉਹ ਤੁਸੀਂ ਭੜਕਾਓ, ਲੋਕਾਂ ਨੂੰ ਵੰਡੋ। ਜੋ ਅੰਗਰੇਜ਼ ਸਿਖਾ ਕੇ ਗਏ ਸੀ ਸਾਡੇ ਅੱਜ ਦੇ ਸਿਆਸਤਦਾਨ ਵੀ ਉਹੀ ਕੁਝ ਕਰਦੇ ਆ ਰਹੇ ਨੇ। ਉਹੀ ਚੀਜ਼ਾਂ ਦੰਗੇ ਭੜਕਾ ਕੇ ਉਹੀ ਆਪਣਾ ਜਿਹੜਾ ਉੱਲੂ ਸਿੱਧਾ ਕਰਦੇ ਨੇ, ਫਿਰ ਵੋਟਾਂ ਲੈ ਕੇ ਉਹ ਸਰਕਾਰਾਂ ਬਣਾ ਲੈਂਦੇ ਨੇ। ਸੋ ਜਿਹੜੀ ਇਹ ਰਾਜਨੀਤੀ ਦੇ ਵਿੱਚ ਸਭ ਤੋਂ ਵੱਡੀ, ਜੇਕਰ ਅਸੀਂ ਗੱਲ ਕਹੀਏ ਨਾ ਕਿ ਸਭ ਤੋਂ ਵੱਡੀ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿਹੜੀ ਕਮੀ ਹੈ ਉਹ ਇਹੀ ਹੈ ਕਿ ਧਾਰਮਿਕ ਰੂਪਾਂ ਦੇ ਵਿੱਚ ਵੋਟਰਾਂ ਨੂੰ ਵੰਡ ਦਿੱਤਾ ਜਾਂਦਾ ਹੈ ਜਾਂ ਜਾਤਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਇਹੀ ਇੱਕ ਭਾਰਤ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਹਾਲੇ ਵੀ 21ਵੀਂ ਸਦੀ 'ਚ ਆ ਕੇ ਵੀ ਤਰੱਕੀ ਨਹੀਂ ਕਰ ਪਾ ਰਹੇ ਓਨੀ ਜਿੰਨੀ ਸਾਨੂੰ ਕਰਨੀ ਚਾਹੀਦੀ ਸੀ, ਕਿਉਂਕਿ ਧਰਮ ਬਹੁਤ ਨੇ ਤੇ ਜਾਤਾਂ ਬਹੁਤ ਨੇ, ਬੋਲੀਆਂ ਬਹੁਤ ਨੇ, ਹਰ ਇੱਕ ਚੀਜ਼ ਦੇ ਵਿੱਚ ਵਖਰੇਵਾਂ ਹੈਗਾ। ਤੇ ਫਿਰ ਇੰਨੇ ਕੁਝ ਵਖਰੇਵੇਂ ਹੋ ਕੇ ਜੋ ਦੇਸ਼ ਇੱਕ ਬੰਨਿਆ ਹੋਵੇ ਇੱਕ ਧਾਗੇ ਦੇ ਵਿੱਚ, ਤੇ ਉਸ ਵੇਲੇ ਜਦੋਂ ਸਾਡੇ ਸਿਆਸਤਦਾਨ ਨੇ ਆਪਣੇ ਫਾਇਦੇ ਲਈ ਉਦੋਂ ਕੁਝ ਵੀ ਕਰਾ ਦਿੰਦੇ ਨੇ। ਸੋ ਅਸੀਂ ਦੇਖਦੇ ਹਾਂ ਕਿ ਕਿੰਨੇ ਹੁਣ ਤੱਕ ਦੰਗੇ ਹੋ ਚੁੱਕੇ ਨੇ ਜਿਹੜੇ ਧਰਮ ਦੇ ਨਾਲ ਸੰਬੰਧਿਤ ਸੀਗੇ। ਤੇ ਇਹੀ ਇਸੇ ਕਰਕੇ ਕਹਿ ਰਹੇ ਹਾਂ ਕਿ ਜਿਹੜਾ ਸਾਡੀ ਰਾਜਨੀਤੀ ਦਾ ਸਿਸਟਮ ਹੈ ਉਹਦੇ ਵਿੱਚ ਜਦੋਂ ਤੱਕ ਧਰਮ ਦੇ ਨਾਲ ਜਿਹੜੀ ਖਿਲਵਾੜ ਕੀਤਾ ਜਾ ਰਿਹਾ ਉਹ ਬੰਦ ਨਹੀਂ ਹੁੰਦਾ, ਉਦੋਂ ਤੱਕ ਦੇਖੋ ਸਾਡਾ ਦੇਸ਼ ਵੀ ਤਰੱਕੀ ਨਹੀਂ ਕਰ ਸਕਦਾ। ਸੋ ਜੇਕਰ ਇਹ ਧਰਮਾਂ ਦੇ ਮਸਲੇ ਤੇ ਜਾਤਾਂ ਪਾਤਾਂ ਦੇ ਮਸਲਿਆਂ ਨੂੰ ਅਸੀਂ ਇੱਕ ਪਾਸੇ ਰੱਖ ਕੇ ਸਾਡੇ ਦੇਸ਼ ਦੀ ਜਾਂ ਸੂਬੇ ਦੀ ਸਰਕਾਰ ਸਿਰਫ ਇਨਸਾਨੀਅਤ ਬਾਰੇ ਸੋਚ ਕੇ ਕੰਮ ਕਰੇ ਤਾਂ ਕੋਈ ਸ਼ੱਕ ਨਹੀਂ ਕਿ ਸੂਬਾ ਵੀ ਤਰੱਕੀ ਕਰੂਗਾ ਤੇ ਦੇਸ਼ ਵੀ ਤਰੱਕੀ ਕਰੂਗਾ। ਜੀ ਹੁਣ ਆਪਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਇਸ ਸੰਬੰਧੀ ਪ੍ਰਤੀਕਿਰਿਆ ਦਿੱਤੀ ਹੈ। ਜਿਹੜੇ ਸਿੰਘ ਨੇ, ਬੰਦੀ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਫਿਰ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਬਾਕੀ ਉਹਨਾਂ ਨੇ ਰਾਮ ਰਹੀਮ ਹੋਰਾਂ ਬਾਰੇ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ। ਦੇਖੋ, ਇੱਕ ਪਾਸੇ ਸਾਡੇ ਜਿਹੜੇ ਬੰਦੀ ਨੇ ਸਿੰਘ, ਮੇਰੀ ਜਾਤੀ ਜਾਣਕਾਰੀ ਮੁਤਾਬਕ ਜਿਹੜੇ ਚੰਡੀਗੜ੍ਹ ਬਡੈਲ ਜੇਲ੍ਹ ਦੇ ਵਿੱਚ ਬੰਦ ਹੈ, ਉਹਨਾਂ ਦੇ ਵਿੱਚੋਂ ਕੁਝ ਸਿੰਘਾਂ ਨੂੰ ਜਿਹੜਾ ਹੈ ਉਹ ਕਰੋਨਾ ਪੋਜ਼ਿਟਿਵ ਆਇਆ ਹੈਗਾ। ਉਹਨਾਂ ਨੂੰ ਸਰਕਾਰ ਜਿਹੜਾ ਹੈਗਾ ਉਹ ਰਿਹਾ ਨਹੀਂ ਕਰ ਰਹੀ, ਨਾ ਪੈਰੋਲ ਦੇ ਰਹੀ ਹੈ। ਤੇ ਦੂਜੇ ਪਾਸੇ ਜਿਹੜਾ ਸੌਦੇ ਸਾਧ ਨੂੰ ਜਿਹੜੀ ਆ ਉਹ ਪੈਰੋਲ ਦੇ ਦਿੱਤੀ ਗਈ ਹੈ। ਇਹ ਸਰਕਾਰ ਦੇ ਦੋਹਰੇ ਮਾਪਦੰਡ ਜਿਹੜੇ ਆ ਇਹ ਸਮਝ 'ਚ ਨਹੀਂ ਆਉਂਦੇ। ਔਰ ਪੈਰੋਲ ਦੇਣਾ ਜਿਹੜਾ ਹੈਗਾ ਸੌਦਾ ਸਾਧ ਨੂੰ, ਮੈਂ ਸਮਝਦਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਹੈ। ਪੰਜਾਬ ਦਾ ਮਾਹੌਲ ਕਿਸੇ ਕੀਮਤ ਦੇ ਉੱਤੇ ਖਰਾਬ ਨਹੀਂ ਹੋਣਾ ਚਾਹੀਦਾ। ਇਹਦੀ ਪੈਰੋਲ ਜਿਹੜੀ ਹੈ ਉਹ ਰੱਦ ਹੋਣੀ ਚਾਹੀਦੀ ਹੈ। ਕੀ ਲੱਗਦਾ ਵੀ ਤੁਹਾਨੂੰ ਪੋਲੀਟੀਕਲ ਮੋਟਿਵ ਲਈ ਕੀਤਾ ਗਿਆ ਹੈ? ਜਿਵੇਂ 2022 ਦੀ ਇਲੈਕਸ਼ਨ ਆ ਰਹੀ ਹੈਗੀ, ਮੈਨੂੰ ਲੱਗਦਾ ਹੈ ਕਿ ਸਾਰਾ ਕੁਝ ਰਾਜਨੀਤਿਕ ਹੀ ਹੈ। ਸਿੱਖ ਬੰਦੀਆਂ ਨੂੰ ਪੈਰੋਲ ਨਾ ਦੇਣਾ ਔਰ ਸੌਦੇ ਸਾਧ ਵਰਗੇ ਜਿਹੜੇ ਬਾਬੇ ਨੂੰ ਪੈਰੋਲ ਦੇਣੀ, ਇਹ ਇੱਕ ਕਿਸਮ ਦਾ ਜਿਹੜਾ ਉਹ ਪੋਲੀਟੀਕਲ ਜਿਹੜਾ ਇੱਕ ਮੋਟਿਵ ਵੀ ਲੱਗਦਾ ਹੈ। ਤੇ ਦੂਜੀ ਗੱਲ ਹੈ ਕਿ ਹਮੇਸ਼ਾ ਹੀ ਜਿਹੜਾ ਹੈ ਸਰਕਾਰਾਂ ਨੇ ਸਿੱਖਾਂ ਨਾਲ ਜਿਹੜਾ ਹੈ ਉਹ ਧੱਕਾ ਹੀ ਕੀਤਾ, ਅਨਿਆਈ ਕੀਤਾ ਜੀ। ਇੱਥੇ ਵੀ ਸਿੱਖਾਂ ਨਾਲ ਇੱਕ ਤਰ੍ਹਾਂ ਲੱਗ ਰਿਹਾ ਤੁਹਾਨੂੰ ਵੀ? ਬਿਲਕੁਲ ਜਿਹੜੇ ਦਿੱਲੀ ਨਸਲਕੁਸ਼ੀ ਦੇ ਦੋਸ਼ੀ ਹੈ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ, ਸਿੱਖ ਬੰਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਹੈ ਉਹ ਰਿਹਾ ਨਹੀਂ ਹੋਏ, ਔਰ ਸੌਦੇ ਸਾਧ ਨੂੰ ਜਿਹੜਾ ਜਲਦੀ ਰਿਹਾ ਕਰ ਦਿੱਤਾ ਗਿਆ। ਐਡੇ ਘਿਨੌਣੇ ਅਪਰਾਧਾਂ ਦੇ ਵਿੱਚ ਬੰਦ ਸੀ ਤੇ ਇਹਨੂੰ ਪੈਰੋਲ ਦੇ ਕੇ ਜਿਹੜਾ ਉਹ ਬਾਹਰ ਭੇਜਣਾ, ਤੇ ਇਹ ਬਹੁਤ ਜਿਹੜਾ ਇੱਕ ਕਿਸਮ ਦਾ ਜਿਹੜਾ ਹੈ ਸਿੱਖਾਂ ਨਾਲ ਅਨਿਆਏ ਹੈ। ਇਹ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਰਾਮ ਰਹੀਮ ਤੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਗੱਲ ਦੀਪ ਸਿੱਧੂ ਹੋਰਾਂ ਦੀ ਕਰ ਲੈਂਦੇ ਹਾਂ, ਜਿਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਪ੍ਰਚਾਰ ਹੈ ਉਹ ਸ਼ੁਰੂ ਕਰ ਦਿੱਤਾ ਹੈ। ਅੱਜ ਉਹਨਾਂ ਦੇ ਜੱਦੀ ਪਿੰਡ ਉਦੇ ਕਰਨ ਤੋਂ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਸਮੇਂ ਕਿਹਾ ਕਿ ਜਥੇਬੰਦੀਆਂ ਦੇ ਪਿੱਛੇ ਜਿਸ ਤਰ੍ਹਾਂ ਦਾ ਪਲਾਨ ਹੈ, ਜਿਸ ਤਰ੍ਹਾਂ ਦਾ ਵਿਉਂਤਬੰਦੀ ਹੈ ਜਿਹੜੀ ਜਥੇਬੰਦੀਆਂ ਵੱਲੋਂ ਦਿੱਤੀ ਜਾਵੇਗੀ ਉਸ ਦੇ ਵਿੱਚ ਉਹ ਉਹਨਾਂ ਦੇ ਪਿੱਛੇ ਚੱਲਣ ਨੂੰ ਤਿਆਰ ਨੇ। ਤੇ ਦੂਸਰੇ ਪਾਸੇ ਉਹਨਾਂ ਨੇ ਲੱਖਾ ਸਿਧਾਣਾ ਹੋਰਾਂ ਬਾਰੇ ਵੀ ਬਿਆਨ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ
ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਮੁਸ਼ਕਲ ਆਉਂਦੀ ਹੈ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਜਿਹੜਾ ਵੀ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਤਾਂ ਉਸ ਦੇ ਨਾਲ ਉਹ ਹਮੇਸ਼ਾ ਖੜੇ ਰਹਿਣਗੇ, ਭਾਵੇਂ ਉਹਨਾਂ ਦਾ ਕੇਸ ਲੜਨ ਦੀ ਗੱਲ ਹੋਵੇ, ਭਾਵੇਂ ਹੋਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਹਰ ਤਰ੍ਹਾਂ ਦੇ ਨਾਲ ਖੜੇ ਰਹਿਣਗੇ। ਤੇ ਨਾਲ ਦੀ ਨਾਲ ਉਹਨਾਂ ਨੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਅੱਗੇ ਦੀ ਜਿਹੜੀ ਪਲਾਨ ਜ਼ਰੂਰ ਦਿੱਤਾ ਜਾਵੇ ਤੇ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਘਰਸ਼ ਹੈ ਜਿਹੜਾ ਉਹ ਹਲੇ ਤੱਕ ਸਮਾਪਤ ਨਹੀਂ ਹੋਇਆ। ਅਸੀਂ ਲਗਾਤਾਰ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਆ ਉਸ ਦੇ ਖਿਲਾਫ ਲੜ ਰਹੇ ਹਾਂ। 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਲੜਾਈ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ। ਇਸ ਕਾਰਨ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣਨਾ ਚਾਹੀਦਾ। ਵੱਡੇ ਪੱਧਰ ਤੇ ਤੁਸੀਂ ਭਾਵੇਂ ਪੰਜਾਬ ਦੇ ਤੌਰ ਤੇ ਦੇਖੋ ਜਾਂ ਭਾਵੇਂ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਸਾਥ ਦਿਓ, ਜਾਂ ਫਿਰ ਪੰਜਾਬ ਦੇ ਵਿੱਚ ਵੀ ਰਹਿ ਕੇ ਜੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਸਮਰਥਨ ਕਰ ਸਕਦੇ ਹੋ ਜਥੇਬੰਦੀਆਂ ਦਾ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ। ਜਥੇਬੰਦੀਆਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਜਿਹੜੇ ਵੀ ਪਲਾਨ ਦਿੱਤੇ ਹੋਏ ਨੇ ਉਹਨਾਂ ਦੇ ਨਾਲ ਚੱਲਣਗੇ ਤੇ ਉਹਨਾਂ ਦੇ ਪਿੱਛੇ ਚੱਲਣਗੇ। ਪਹਿਲਾਂ ਵੀ ਉਹ ਚੱਲਦੇ ਆਏ ਤੇ ਅੱਗੇ ਵੀ ਚੱਲਦੇ ਰਹਿਣਗੇ। ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਦੀਪ ਸਿੱਧੂ ਹੋਰਾਂ ਵੱਲੋਂ ਆਇਆ। ਅੱਜ ਉਹ ਪਿੰਡ ਉਹਨਾਂ ਦੇ ਜੱਦੀ ਪਿੰਡ ਉਹਦੇ ਕਾਰਨ ਪਹੁੰਚੇ ਸਨ, ਜਿੱਥੋਂ ਉਹਨਾਂ ਨੇ ਇੱਕ ਵਾਰ ਫਿਰ ਤੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਉਹਨਾਂ ਨੇ ਕੁਝ ਹੋਰ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਗਏ ਤੇ ਨਾਲ ਦੀ ਨਾਲ ਜਿਹੜਾ ਇਹ ਬਿਉਂਤਬੰਦੀ ਹੈ ਤੇ ਨਾਲ ਦੀ ਨਾਲ ਜਿਹੜਾ ਪ੍ਰਚਾਰ ਹੈ ਕਿ 3 ਖੇਤੀ ਕਾਨੂੰਨਾਂ ਬਾਰੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ। ਦੱਸਦੀ ਹੈ ਕਿ ਪਹਿਲਾਂ ਉਹਨਾਂ ਵੱਲੋਂ ਸ਼ੰਭੂ ਮੋਰਚਾ ਜਿਹੜਾ ਲਾਇਆ ਗਿਆ ਸੀ, ਚਰਚਿਤ ਮੋਰਚਾ ਰਿਹਾ ਸੀ, ਉਸ ਤੋਂ ਬਾਅਦ ਜਿਹੜੇ ਦਿੱਲੀ ਦੀਆਂ ਬਰੂਹਾਂ ਤੱਕ ਸੰਘਰਸ਼ ਪਹੁੰਚਿਆ ਸੀ ਤੇ ਇਸ ਮੌਕੇ ਬਾਕੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਬਾਈ ਜੀ, ਸੰਘਰਸ਼ ਤਾਂ ਸਾਡਾ ਠੱਲਿਆ ਵੀ ਨਹੀਂ ਗਿਆ ਸੀ ਔਰ ਸੰਘਰਸ਼ ਕਦੇ ਵੀ ਖਤਮ ਨਹੀਂ ਹੋਇਆ। ਸੰਘਰਸ਼ ਤਾਂ ਲਗਾਤਾਰ ਨਿਰੰਤਰ ਚਾਲੂ ਆ ਔਰ ਇਹ ਸੰਘਰਸ਼ ਤੁਸੀਂ ਇਹ ਕਹਿ ਲਓ ਇਕੱਲਾ ਇੱਥੇ ਹੀ ਨਹੀਂ ਰੁਕਣਾ। ਹਜੇ ਸੰਘਰਸ਼ ਆ ਜਿਹੜਾ ਉਹ ਕਿਸਾਨੀ ਬਿੱਲਾਂ ਤੋਂ ਲੈ ਕੇ ਸਾਡੇ ਆਲਟਰਨੇਟਿਵ ਕ੍ਰੌਪ ਪੈਟਰਨ ਜਿਹੜੀਆਂ ਸਾਡੇ ਕੋਲੇ ਨਵੀਆਂ ਫਸਲਾਂ ਜਿਹੜੀਆਂ ਪੰਜਾਬ ਦੇ ਵਾਤਾਵਰਣ ਤੇ ਮਿੱਟੀ ਦੇ ਅਨੁਕੂਲ ਫਸਲਾਂ ਹੋਣ ਜਾਂ ਸਾਡੀਆਂ ਹੁੰਦੀਆਂ ਸੀ ਉਹ ਵੀ ਕਰਾਂਗੇ। ਸੋ ਸਾਡੇ ਲੋਕਾਂ ਨੂੰ ਇਹਨਾਂ ਕਰਜ਼ਿਆਂ ਚੋਂ, ਖੁਦਕੁਸ਼ੀਆਂ ਚੋਂ, ਜੋ ਉਹਨਾਂ ਦੀ ਮਾਨਸਿਕਤਾ ਤੇ ਐਡੀ ਵੱਡੀ ਜੋ ਇੱਕ ਤੁਸੀਂ ਕਹਿ ਲਓ ਵੀ ਗੁਲਾਮੀ ਪਈ ਆ ਉਹਨੂੰ ਵੀ ਕੱਢਣਾ। ਸੋ ਸੰਘਰਸ਼ ਸਾਡਾ ਨਿਰੰਤਰ ਚਾਲੂ ਆ ਬਾਈ। ਪਰ ਕਿਸਾਨੀ ਸੰਘਰਸ਼ ਜਿਹੜੀਆਂ ਦਿੱਲੀ ਦੀਆਂ ਜੂਹਾਂ ਤੇ ਬੈਠੇ ਆ ਆਪਾਂ ਉਹਦੇ 'ਚ ਹੀ ਅਸੀਂ ਉਹਦੇ ਹੀ ਪਾਰਟ ਆ। ਉਸੇ ਸੰਘਰਸ਼ ਨੂੰ ਅੱਗੇ ਵਧਾਵਾਂਗੇ। ਆਪਦੇ ਲੋਕਾਂ ਨੂੰ ਵੀ ਇਹ ਕਹਾਂਗੇ ਵੀ ਵੱਧ ਤੋਂ ਵੱਧ ਸ਼ਮੂਲੀਅਤ ਦਿਓ ਤੇ ਲੀਡਰਸ਼ਿਪ ਨੂੰ ਮੈਂ ਬੇਨਤੀ ਇਹ ਕਰੂੰਗਾ ਵੀ ਕੋਈ ਪਲਾਨ ਦਿਓ ਅਗਲਾ, ਤਾਂ ਕਿ ਅਸੀਂ ਸਾਰਿਆਂ ਨੂੰ ਇੱਥੋਂ ਆਪਦੇ ਲੋਕਾਂ ਨੂੰ ਲੈ ਕੇ ਆ ਸਕੀਏ ਤੇ ਫਿਰ ਇੱਕ ਵਾਰੀ ਉਨੀ ਹਿੰਮਤ ਨਾਲ ਜਿਵੇਂ ਆਪਾਂ 26 ਜਨਵਰੀ ਨੂੰ ਦਿਖਾਈ ਸੀ, 25 26 ਦਾ ਤੁਸੀਂ ਉੱਥੇ ਮਾਹੌਲ ਦੇਖਣਾ ਸੀ। ਉਦੋਂ ਚਲੋ ਗੱਲ ਨਹੀਂ ਸਾਂਭੀ ਗਈ, ਗੱਲ ਨੂੰ ਕਿਸੇ ਹੋਰ ਪਾਸੇ ਤੋਰਤਾ, ਸਾਨੂੰ ਬਦਨਾਮ ਕਰ ਦਿੱਤਾ ਗਿਆ ਜਾਂ ਉਸ ਸਾਰੇ ਵਰਤਾਰੇ ਨੂੰ ਬਦਨਾਮ ਕਰ ਦਿੱਤਾ ਗਿਆ। ਸਾਡੇ ਬੰਦਿਆਂ ਨੇ ਕੁਝ ਵੀ ਗਲਤ ਨਹੀਂ ਕੀਤਾ। ਸਾਡੇ ਬੰਦੇ ਜਾਬਤੇ 'ਚ ਰਹੇ, ਪੀਸਫੁਲ ਰਹੇ। ਜਿਹੜੀ ਮਾੜੀ ਮੋਟੀ ਕੁੱਟਮਾਰ ਹੋਈ ਆ ਪਹਿਲਾਂ ਪੁਲਿਸ ਨੇ, ਕਿਉਂਕਿ ਮੈਂ ਤਾਂ ਸਾਰੇ ਵੀਡੀਓਜ਼ ਦੇਖੇ ਨਾ, ਇੰਟਰੋਗੇਸ਼ਨ 'ਚ ਮੈਨੂੰ ਦਿਖਾਉਂਦੇ ਸੀ, ਕਹਿੰਦੇ ਸੀ ਦੱਸੋ ਕੌਣ ਆ ਇਹ। ਉਹਦੇ 'ਚ ਪੁਲਿਸ ਨੇ ਪਹਿਲਾਂ ਲਾਠੀ ਚਾਰਜ ਸ਼ੁਰੂ ਕੀਤਾ। ਲਾਠੀ ਚਾਰਜ 'ਚ ਸਾਡੇ ਬੰਦੇ ਭੱਜ ਪਏ। ਇਹ ਸਾਰਾ ਕੁਝ ਉਹਨਾਂ ਕੋਲੇ ਵੀਡੀਓ 'ਚ ਪਿਆ, ਪਰ ਉਹਨਾਂ ਨੇ ਬਦਨਾਮ ਸਾਨੂੰ ਹੀ ਕਰਨਾ। ਭੱਜ ਪਏ ਤਾਂ ਸਾਡੇ ਨਿਹੰਗ ਸਿੰਘ ਖੜ ਗਏ। ਨਿਹੰਗ ਸਿੰਘ ਉਹਨਾਂ ਨੂੰ ਪੈ ਗਏ। ਜਦੋਂ ਉਹ ਪੈ ਗਏ ਤਾਂ ਆਪਸ 'ਚ ਮਾੜੀ ਮੋਟੀ ਝੜਪ ਹੋ ਗਈ। ਉਦੋਂ ਬਾਅਦ ਆਪਣੇ ਬੰਦਿਆਂ ਨੇ ਉੱਤੇ ਲੇਟ ਉਹਨਾਂ ਨੂੰ ਬਚਾਇਆ, ਪਰ ਉਹ ਕਦੇ ਨਹੀਂ ਦਿਖਾਉਣਗੇ। ਉਹੀ ਦਿਖਾਉਣਗੇ ਜਿਹੜੀਆਂ ਛਾਲਾਂ ਮਾਰੀ ਜਾਂਦੇ ਸੀ ਉਹ। ਸੋ ਸੰਘਰਸ਼ ਉੱਥੇ ਹੀ ਆ ਜੀ। ਹਜੇ ਵੀ ਗੱਲ ਇਹ ਆ ਬਾਈ, ਜਿਹੜਾ ਮੈਂ ਪਹਿਲਾਂ ਹੀ ਕਿਹਾ, ਪਹਿਚਾਣ ਹੀ ਸਾਡੀ, ਖਾਸ ਤੌਰ ਤੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ, ਪੰਜਾਬ ਹਰਿਆਣੇ ਦੀ ਵੀ ਗੱਲ ਕਰੀਏ, ਸਾਡੀ ਪਛਾਣ ਹੀ ਪਿੰਡਾਂ ਦੇ ਨਾਲ ਹੁੰਦੀ ਆ, ਆਪਦੇ ਪਿੰਡ ਦੇ ਨਾਲ ਹੁੰਦੀ ਆ। ਔਰ ਜੇ ਅਸੀਂ ਕਹਿੰਦੇ ਆ ਵੀ ਪੰਜਾਬ ਪਿੰਡਾਂ 'ਚ ਹੀ ਵੱਸਦਾ, ਅੱਜ ਵੀ ਪਿੰਡਾਂ 'ਚ ਹੀ ਵੱਸਦਾ। ਸੋ ਉਸੇ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਅਸੀਂ। ਤੇ ਜੇ ਪੰਜਾਬ ਤੁਹਾਡੀ ਹੋਂਦ ਦੀ ਲੜਾਈ ਅਸੀਂ ਲੜ ਰਹੇ ਹਾਂ, ਪਿੰਡੋਂ ਪਿਆਰ ਮਿਲਦਾ ਜਾਂ ਪਿੰਡ ਵਾਲੇ ਨਾਲ ਖੜਦੇ ਆ, ਇਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ। ਦੀਪ ਸਿੱਧੂ ਜਦੋਂ ਵੀ ਚੱਲੇ ਇੱਕ ਪਲਾਨ ਬਣਾ ਕੇ, ਮਾਸਟਰ ਪਲਾਨ ਆਪਣੀ ਵੀਡੀਓ 'ਚ ਵੀ ਦੱਸਦੇ ਰਹੇ। ਹੁਣ ਕੀ ਪਲਾਨ ਬਣਾ ਕੇ ਅਸੀਂ ਚੱਲੇ ਨਿਕਲੇ ਆ ਪਿੰਡਾਂ ਦੇ ਵਿੱਚ ਕਿ ਕਿਸਾਨੀ ਸੰਘਰਸ਼ ਦੀ ਕਿਸ ਤਰ੍ਹਾਂ ਸ਼ਮੂਲੀਅਤ ਹੋਣਾ ਦੀਪ ਦੀ ਹੋਏਗੀ। ਦੁਬਾਰਾ ਲੋਕ ਵੀ ਵੇਖਣਾ ਚਾਹੁੰਦੇ ਹੋ ਸਟੇਜ ਦੇ ਉੱਤੇ। ਬਾਈ ਗੱਲ ਨਹੀਂ, ਸਟੇਜ ਤੇ ਤਾਂ ਮੈਂ ਪਹਿਲਾਂ ਵੀ ਨਹੀਂ ਗਿਆ ਸੀ। ਮੈਨੂੰ ਉਹਨਾਂ ਨੇ ਕਿਹਾ ਵੀ ਸੀ ਵੀ ਸਟੇਜ ਤੋਂ ਪਾਸੇ ਹੋ ਰਹੀ ਸੀ। ਹੁਣ ਵੀ ਜਿਵੇਂ ਉਹ ਕਹਿਣਗੇ ਉਵੇਂ ਚੱਲਾਂਗੇ, ਸਾਡੀ ਲੀਡਰਸ਼ਿਪ ਕਹੂਗੀ। ਪਰ ਲੀਡਰਸ਼ਿਪ ਨੂੰ ਬੇਨਤੀ ਇਹ ਆ, ਪਲਾਨ 26 ਨਵੰਬਰ ਦਾ ਵੀ ਉਹਨਾਂ ਨੇ ਦਿੱਤਾ ਸੀ
ਤੁਸੀਂ ਮੈਨੂੰ 26 ਨਵੰਬਰ ਨੂੰ ਵੀ ਦੇਖ ਲਿਆ ਸੀ, 26 ਜਨਵਰੀ ਦਾ ਵੀ ਦਿੱਤਾ ਸੀ। ਹੁਣ ਅਗਲਾ ਜਦੋਂ ਕੋਈ ਪਲਾਨ ਦਿਓ ਲੀਡਰਸ਼ਿਪ, ਪਰ ਜੇ ਉਦੋਂ ਪਹਿਲਾਂ ਅਸੀਂ ਆਪਸ 'ਚ ਬਹਿ ਕੇ ਕੋਈ ਗੱਲਬਾਤ ਕਰੀਏ, ਕੋਈ ਸਹਿਮਤੀ ਨਾਲ ਕੋਈ ਆਪਦੀ ਸਟ੍ਰੈਟਜੀ ਪਲਾਨ ਕਰੀਏ, ਮੇਰੇ ਖਿਆਲ 'ਚ ਉਹ ਸਾਨੂੰ ਕਰ ਲੈਣੀ ਚਾਹੀਦੀ ਹੈ। ਸਾਨੂੰ ਬੰਦੇ ਤੋੜਨੇ ਨਹੀਂ ਚਾਹੀਦੇ ਆਪਦੇ, ਉਲਟਾ ਸਾਨੂੰ ਬੰਦੇ ਜੋੜਨੇ ਚਾਹੀਦੇ ਆਪਦੇ ਨਾਲ। ਤੁਸੀਂ ਅੱਜ ਵੇਖੋ ਉੱਥੋਂ ਕਿੰਨੀਆਂ ਸੰਸਥਾਵਾਂ ਟੁੱਟ ਗਈਆਂ, ਸਾਡੀ ਨਿਹੰਗ ਸਿੰਘ ਜਥੇਬੰਦੀਆਂ ਕੱਲੀਆਂ ਬੈਠੀਆਂ, ਸਿੱਖ ਸਿਆਸਤ ਵਾਪਸ ਆ ਗਏ। ਉਹ ਵੀ ਉਹਨਾਂ ਨੇ 5-6 ਮਹੀਨੇ ਸੰਘਰਸ਼ ਉਹਨਾਂ ਨੇ ਵੀ ਕੀਤਾ। ਫਿਰ ਹੋਰ ਛੋਟੀਆਂ ਸਟੂਡੈਂਟ ਆਰਗੇਨਾਈਜੇਸ਼ਨ ਇੱਕ ਸਾਥ ਆ, ਉਹ ਵਾਪਸ ਆ ਗਏ। ਹੋਰ ਬਥੇਰੇ ਬੰਦੇ ਉੱਥੋਂ ਵਾਪਸ ਆਏ ਆ, ਇਸੇ ਕਰਕੇ ਕਿਉਂਕਿ ਜਦੋਂ ਰਾਜਨੀਤੀ ਆਪਸ 'ਚ ਹੀ ਹੋਣ ਲੱਗ ਜੇ ਨਾ, ਫਿਰ ਬੰਦਿਆਂ ਦੇ ਦਿਲ ਟੁੱਟਦੇ ਆ। ਹੋਰ ਪਿੰਡਾਂ ਵਾਲੇ ਲੋਕ ਤਾਂ ਸਿੱਧੀ ਗੱਲ ਸਮਝਦੇ ਆ ਵੀ ਯਾਰ ਇੱਥੇ ਤਾਂ ਪੋਲਿਟਿਕਸ ਹੋਣ ਲੱਗ ਗਈ, ਹੁਣ ਚਲੋ ਚੱਲੀਏ। ਜਦੋਂ ਇਕੱਠੇ ਤੇ ਉਹੋ ਜਿਹਾ ਜਜ਼ਬਾ ਜਿਹੜਾ ਅਸੀਂ ਉਹ 1-1.5-2 ਮਹੀਨਾ ਮੰਨਿਆ, ਉਹ ਮੰਨਣ ਵਾਲੇ ਪਲ ਸੀ। ਜੇ ਉਹ ਜਜ਼ਬਾ ਵਾਪਸ ਲੈ ਕੇ ਆਉਣਾ ਤਾਂ ਸਾਨੂੰ ਇਕੱਠੇ ਹੋਣਾ ਪਊਗਾ, ਇੱਕ ਦੂਜੇ ਨੂੰ ਸਹਿਣਾ ਸਿੱਖਣਾ ਪਊਗਾ, ਇੱਕ ਦੂਜੇ ਨੂੰ ਨਾਲ ਬਿਠਾਉਣਾ ਸਿੱਖਣਾ ਪਊਗਾ। ਬਾਈ ਜੀ ਮੇਰੇ ਨਾਲ ਜਾਂ ਕਿਸੇ ਹੋਰ ਸ਼ਖਸੀਅਤ ਨਾਲ ਜਾਣ ਦੀ ਗੱਲ ਨਹੀਂ। ਜਦੋਂ ਇਹਨਾਂ ਦੀਆਂ ਰੂਹਾਂ ਨੂੰ ਉੱਥੇ ਸੱਟ ਵੱਜੂ ਨਾ, ਦੇਖੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਕੀਤਾ ਸੀ। ਜਿਹੜੇ ਮਾਡਰਨ ਐਜੂਕੇਸ਼ਨ ਆ ਉਹ ਤਾਂ ਕਾਨੂੰਨ ਬਣਾਉਂਦੀ ਆ, ਨਿਯਮ ਬਣਾਉਂਦੀ ਆ, ਤੇ ਤੁਹਾਨੂੰ ਸੰਬੋਧਨ ਕਿਵੇਂ ਕਰਦੀ ਆ ਉਹ ਦਿਖਾ ਕੇ ਵੀ ਆਹ ਜੇ ਕਾਨੂੰਨ ਤੋੜਿਆ ਤਾਂ ਤੁਹਾਨੂੰ ਸਜ਼ਾ ਮਿਲੂਗੀ, ਪਰ ਉਹ ਤੁਹਾਨੂੰ ਕਦੇ ਵੀ ਅੰਦਰੋਂ ਨਹੀਂ ਝੰਜੋੜਦੀ। ਸਾਡੇ ਗੁਰੂ ਸਾਹਿਬਾਨਾਂ ਨੇ ਅੰਦਰੋਂ ਝੰਜੋੜਿਆ ਸੀ ਸਾਨੂੰ, ਸਾਡੀਆਂ ਆਤਮਾਵਾਂ ਨੂੰ, ਸਾਡੇ ਮਨਾਂ ਨੂੰ ਸੰਬੋਧਨ ਕੀਤਾ ਸੀ। ਜਦੋਂ ਮੈਂ ਅੱਜ ਇਹੀ ਕਹਿਣਾ ਵੀ ਜਦੋਂ ਇਹ ਸੰਬੋਧਨ ਜਾਂ ਸਾਡੀ ਸੋਰਸ ਆਫ ਇਨਸਪੀਰੇਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਊਗੀ, ਫਿਰ ਕਿਸੇ ਨੂੰ ਲਿਜਾਣਾ ਨਹੀਂ ਪੈਣਾ ਤੁਹਾਨੂੰ, ਫਿਰ ਆਪੇ ਆਉਣਗੇ। ਫਿਰ ਤੁਸੀਂ ਇਹ ਤਾਂ 200-300 ਕਿਲੋਮੀਟਰ ਦਾ ਸਫ਼ਰ ਹੈ ਨਾ, ਫਿਰ ਤਾਂ ਵੇਖਿਓ ਕਿੱਥੋਂ ਫਿਰ ਤਾਂ ਗਦਰੀ ਬਾਬੇ ਅਮਰੀਕਾ ਤੋਂ ਚੱਲ ਕੇ ਆ ਕੇ ਲਹਿਰ 'ਚ ਸ਼ਾਮਲ ਹੋ ਜਾਂਦੇ ਆ, ਫਿਰ ਇਤਿਹਾਸ ਬਣਦੇ ਆ। ਪਰ ਉਹਦੀ ਸੋਰਸ ਆਫ ਇਨਸਪੀਰੇਸ਼ਨ ਕੀ ਆ, ਇਹ ਮੈਟਰ ਕਰਦੀ ਹੈ। ਤੁਸੀਂ ਲੱਖੇ ਸਡਾਉਣੇ ਬਾਰੇ ਅਕਸਰ ਕਹਿੰਦੇ ਹੋ ਭਰਾ ਵਾਪਸ ਮੇਰੇ ਨਾਲ ਕੋਈ ਰਿਹਾਈ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਉਹਨਾਂ ਦਾ ਜਾਂ ਕੋਈ ਕੰਟੈਕਟ ਚਾਹੇ ਹੋ ਕਿ ਯਾਰ ਚੱਲੋ ਫੇਰ ਉਸੇ ਤਰ੍ਹਾਂ, ਕਿਉਂਕਿ ਇਹ ਗੱਲ ਤਾਂ ਇੱਕ ਸੱਚਾਈ ਆ ਨਾ, ਨੌਜਵਾਨ ਬੜੀ ਵੱਡੀ ਗਿਣਤੀ 'ਚ ਤੁਹਾਡੇ ਦੋਵਾਂ ਨਾਲ ਜੁੜਿਆ ਹੋਇਆ। ਹਾਂਜੀ, ਨਹੀਂ ਕੰਟੈਕਟ 'ਚ ਉਹਨਾਂ ਦੇ ਬੜੇ ਬੰਦਿਆਂ ਦੇ ਕਿਸੇ ਦੇ ਥਰੂ ਕੋਈ ਮੈਸੇਜ ਆਏ ਆ ਜੀ। ਮੇਰੇ ਨਾਲ ਜਿਹੜੀ ਸਿੱਧੀ ਗੱਲ ਨਹੀਂ ਹੋਈ ਤੇ ਮੈਨੂੰ ਹਜੇ ਪਤਾ ਵੀ ਨਹੀਂ ਉਹ ਵੀ ਕਿੱਥੇ ਆ, ਪਰ ਮੈਂ ਇੱਕ ਗੱਲ ਕਹਿਣਾ ਵੀ ਮੈਂ ਹਮੇਸ਼ਾ ਹੀ ਕਹਿਣਾ ਸਾਨੂੰ ਹੁਣ ਇੱਕ ਦੂਜੇ ਦੇ ਨਾਲ ਲੈ ਕੇ ਸਾਨੂੰ ਚੱਲਣਾ ਪਊਗਾ। ਜੇ ਅੱਜ ਉਹਦੇ ਤੇ ਜਿਹੜੀ ਗੱਲ ਮੈਂ ਜਾ ਕੇ ਕੱਟਿਆ ਆ, ਹਜੇ ਉਹਨੇ ਫੇਸ ਕਰਨੀ ਆ, ਅਸੀਂ ਨਾਲ ਖੜਾਂਗੇ, ਚਾਹੇ ਕਾਨੂੰਨਨ ਤੌਰ ਤੇ, ਚਾਹੇ ਸਾਨੂੰ ਸਰੀਰ ਆਪਦੇ ਬੰਦੇ ਲੈ ਕੇ ਉੱਥੇ ਖੜਨਾ ਪਵੇ, ਅਸੀਂ ਨਾਲ ਖੜਾਂਗੇ। ਕਿਸੇ ਤੇ ਨਜਾਇਜ਼ ਪਰਚੇ, ਕੋਈ ਵੀ ਸਾਡਾ ਪੰਜਾਬ ਦਾ ਬੰਦਾ ਤਾਂ ਨਜਾਇਜ਼ ਕਿਸੇ ਪੁਲਿਸ ਧੱਕਾ ਕਰਦੀ ਆ, ਸਰਕਾਰ ਧੱਕਾ ਕਰਦੀ ਆ, ਉਹਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ। ਜੀ ਵੱਖ-ਵੱਖ ਪਿੰਡਾਂ 'ਚ ਤੁਸੀਂ ਜਾ ਰਹੇ ਹੋ ਤੇ ਹੋਰ ਵੀ ਜਿਹੜੇ ਨੌਜਵਾਨ ਨੇ ਜਾਂ ਜਸ ਬਾਜਵਾ ਦਾ ਕਲਾਕਾਰ ਜਿਹੜਾ ਭਾਈਚਾਰਾ ਸੀ ਉਹ ਵੀ ਜਾ ਰਿਹਾ, ਤੁਹਾਡਾ ਕੀ ਮਕਸਦ ਆ? ਤੁਸੀਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹੋ, ਕਿਸਾਨੀ ਸੰਘਰਸ਼ ਨੂੰ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਮਜ਼ਬੂਤੀ ਮਿਲੇਗੀ? ਬਾਈ ਜੀ ਗੱਲ ਆਏ ਆ, ਸਾਰਿਆਂ ਦਾ ਮਕਸਦ ਤਾਂ ਇੱਕੋ ਹੀ ਆ ਨਾ, ਵੀ ਸਾਡੇ ਜਿਹੜੇ ਆ 3 ਕਾਨੂੰਨ ਆ, ਇਹਨਾਂ ਦੇ ਖਿਲਾਫ ਜਿਹੜੀ ਆਪਾਂ ਲੜਾਈ ਲੜ ਰਹੇ ਆ, ਮਕਸਦ ਉਹੀ ਆ। ਸਰਕਾਰ ਇਹਨਾਂ ਗੱਲਾਂ ਨੂੰ ਸਮਝੇ ਵੀ ਪੰਜਾਬ ਕਿਉਂ ਉੱਠਿਆ, ਸਾਡੇ ਲੋਕ ਕਿਉਂ ਕਹਿ ਰਹੇ ਆ ਅਸੀਂ ਆਪਦੀ ਹੋਂਦ ਨੂੰ ਬਚਾਉਣ ਤੁਰੇ ਆ। ਜੇ ਇਸ ਬਿਰਤਾਂਤ ਨੂੰ ਸਰਕਾਰ ਨਹੀਂ ਸਮਝੂਗੀ, ਫਿਰ ਟਕਰਾਅ ਤੇ ਤਣਾਅ ਪੈਦਾ ਹੋਊਗਾ। ਸੋ ਇਹ ਮਕਸਦ ਇਹੀ ਆ ਲੋਕਾਂ ਨੂੰ ਜਗਾਉਣ ਦਾ ਵੀ ਸੰਘਰਸ਼ ਚੱਲ ਰਿਹਾ ਤੇ ਸਾਨੂੰ ਉਸ ਸੰਘਰਸ਼ 'ਚ ਆਪਦੀ ਸ਼ਮੂਲੀਅਤ, ਅਸੀਂ ਆਪਦੇ ਆਪ ਨੂੰ ਉਸ ਸੰਘਰਸ਼ 'ਚ ਹਜੇ ਵੀ ਰੱਖੀਏ। ਪਿੰਡਾਂ 'ਚ ਬੈਠੇ ਹੋਏ ਚਾਹੇ ਆਵਾਜ਼ ਬੁਲੰਦ ਕਰੋ, ਚਾਹੇ ਉੱਥੇ ਜਾ ਕੇ ਤੁਸੀਂ ਨਾਲ ਬੈਠੋ, ਪਰ ਜਿੱਦਾਂ ਕੋਈ ਪ੍ਰੋਗਰਾਮ ਫੇਰ ਦਿੱਤਾ ਗਿਆ, ਫਿਰ ਆਪਾਂ ਉਵੇਂ ਹੀ ਉਨੀ ਹੌਸਲੇ ਨਾਲ ਤੇ ਉਨੀ ਹਿੰਮਤ ਨਾਲ ਖੜਨਾ ਜਾ ਕੇ ਜਿਵੇਂ ਪਹਿਲਾਂ ਖੜਦੇ ਰਹੇ। ਇਹ ਸਨ ਅਦਾਕਾਰ ਦੀਪ ਸਿੱਧੂ। ਹੁਣ ਗੱਲ ਜੋਗਿੰਦਰ ਸਿੰਘ ਉਗਰਾਹਾਂ ਦੀ ਕਰ ਲੈਂਦੇ ਹਾਂ, ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਅੱਗੇ ਦੀ ਜਿਹੜੀ ਵਿਉਂਤਬੰਦੀ ਦਿੰਦੇ ਹੋਏ ਅੱਗੇ ਦਾ ਪਲਾਨ ਹੈ ਜਿਹੜਾ ਉਹ ਦਿੱਤਾ ਕਿ 26 ਮਈ ਨੂੰ ਹੁਣ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇੱਥੇ ਦੱਸ ਦਈਏ ਕਿ 26 ਮਈ ਨੂੰ ਜਿਹੜੇ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈ ਦਿੱਲੀ ਦੇ ਵਿੱਚ 6 ਮਹੀਨੇ ਪੂਰੇ ਹੋਣ ਜਾ ਰਹੇ ਨੇ ਤੇ ਨਾਲ ਦੀ ਨਾਲ ਨਰਿੰਦਰ ਮੋਦੀ ਹੋਰਾਂ ਦੇ ਬਤੌਰ ਪ੍ਰਧਾਨ ਮੰਤਰੀ ਜਿਹੜਾ ਕਾਰਜਕਾਲ ਹੈ ਉਹ 7 ਸਾਲ ਪੂਰੇ ਹੋਣ ਜਾ ਰਹੇ ਨੇ। ਇਸ ਦੌਰਾਨ ਜਿਹੜਾ ਕਾਲੇ ਝੰਡੇ ਲਾਉਣ ਦਾ ਕਾਲੇ ਝੰਡੇ ਲਾ ਕੇ ਵੱਖ-ਵੱਖ ਵਾਹਨਾਂ 'ਤੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਉਸ ਉੱਤੇ ਕਾਲੇ ਝੰਡੇ ਲਾ ਕੇ ਜੋ ਵੀ ਤੁਸੀਂ ਕਾਰਜ ਕਰਦੇ ਹੋ, ਜਿਵੇਂ ਵੀ ਆਪਣੇ ਘਰਾਂ ਦੇ ਉੱਤੇ ਲਾ ਸਕਦੇ ਹੋ, ਦੁਕਾਨਾਂ 'ਤੇ ਜਾਂ ਫਿਰ ਕਿਸੇ ਵੀ ਵਾਹਨ ਉੱਤੇ ਜਿਹੜਾ ਕਾਲੇ ਝੰਡੇ ਲਾ ਕੇ ਇੱਕ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਦਾ ਐਲਾਨ ਕੀਤਾ ਗਿਆ। ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ
ਪੁਤਲੇ ਨੇ ਉਹ ਵੀ ਸਾੜੇ ਜਾਣਗੇ। ਰਾਓ ਸਾਹਿਬ, ਕਿਵੇਂ ਦੇਖਦੇ ਹੋ ਇਸ ਪਲਾਨ ਨੂੰ? ਕੀ ਲੱਗਦਾ ਕਿ ਥੋੜਾ ਬਹੁਤ ਪ੍ਰੈਸ਼ਰ ਇਸ ਦਿਨ ਦੇ ਬਤੌਰ ਕਾਲਾ ਦਿਨ ਮਨਾਉਣ ਦੇ ਬਤੌਰ ਪਏਗਾ, ਜਾਂ ਫਿਰ ਉਸੇ ਤਰ੍ਹਾਂ ਜਿਵੇਂ ਕਿ ਗੱਲਬਾਤ ਹੈ ਬੰਦ ਹੈ ਲੰਬੇ ਸਮੇਂ ਤੋਂ, ਹੁਣ ਗੱਲਬਾਤ ਹੈ ਬਿਲਕੁਲ ਬੰਦ ਹੈ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਹਿਲ ਕਦਮੀ ਉਹ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ, ਇਸ ਦਾ ਅਸਰ ਕਿਤੇ ਲੱਗਦਾ ਤੁਹਾਨੂੰ ਕਿ ਪੈ ਸਕਦਾ ਜਾਂ ਨਹੀਂ ਲੱਗਦਾ? ਕਿਵੇਂ ਲੱਗਦਾ, ਕੀ ਦੇਖਦੇ ਹੋ ਤੁਸੀਂ? ਨਹੀਂ ਦੇਖੋ ਸੁਖਵਿੰਦਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ 26 ਤਰੀਕ ਨੂੰ ਹੁਣ 6 ਮਹੀਨੇ ਪੂਰੇ ਹੋ ਜਾਣੇ ਆ ਤੇ 6 ਮਹੀਨੇ ਤੱਕ ਕੋਈ ਅੰਦੋਲਨ ਚੱਲਣਾ ਪਹਿਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਅਹਿਮੀਅਤ ਰਖਾਉਂਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਦੇ ਵਿੱਚ ਡਟੇ ਹੋਏ ਨੇ ਲਗਾਤਾਰ, ਤੇ ਉਹ 6 ਮਹੀਨੇ ਪੂਰੇ ਹੋਏ ਨੇ ਤੇ ਇਹ ਜਿਹੜੀਆਂ ਸਾਡਾ ਸੰਯੁਕਤ ਕਿਸਾਨ ਮੋਰਚਾ ਤੇ ਫਿਰ ਇਸ ਤਰ੍ਹਾਂ ਦੇ ਦਿਨਾਂ ਨੂੰ ਅਸੀਂ ਦੇਖਿਆ ਕਿ ਪਹਿਲਾਂ ਵੀ ਮਨਾਉਂਦੇ ਆ ਰਹੇ ਹਾਂ। ਜੇ 26 ਨਵੰਬਰ ਤੋਂ ਇਹ ਸ਼ੁਰੂ ਹੋਇਆ ਸੀ ਤਾਂ ਅਗਲੇ ਵੀ ਜਿਹੜੇ ਜਿੰਨੇ ਵੀ ਪ੍ਰੋਗਰਾਮ ਸੀ, ਚਾਹੇ ਉਹ 26 ਜਨਵਰੀ ਦਾ ਜਿਹੜੀ ਕਾਲ ਸੀਗੀ, ਤਾਂ ਇਸ ਕਰਕੇ ਜਦੋਂ ਵੀ ਕੋਈ ਅਗਲਾ ਮਹੀਨਾ ਹੁੰਦਾ ਜਾਂ 26 ਤਰੀਕ ਆਉਂਦੀ ਆ, 26 ਤਰੀਕ ਨੂੰ ਖਾਸ ਤੌਰ ਤੇ ਜਿਹੜੀ ਆ ਉਹ ਪਹਿਲ ਦਿੱਤੀ ਜਾ ਰਹੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ। ਸੋ ਜਦੋਂ ਹੁਣ 6 ਮਹੀਨੇ ਹੋ ਰਹੇ ਸੀ, ਕਿਉਂਕਿ ਇਸ ਤੋਂ ਵੱਡਾ ਹਾਲੇ ਫਿਲਹਾਲ ਕੋਈ ਜਿਹੜਾ ਪ੍ਰੋਗਰਾਮ ਆ ਉਹ ਲੀਕਿਆ ਨਹੀਂ ਜਾ ਸਕਦਾ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਕਰੋਨਾ ਮਹਾਮਾਰੀ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਆ ਤੇ ਉਹ ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਇਹ ਲੱਗਦਾ ਕਿ ਇਸ ਵੇਲੇ ਜਿਹੜਾ ਕੋਈ ਵੱਡਾ ਸੱਦਾ ਵੱਡਾ ਪ੍ਰੋਗਰਾਮ ਹੈ ਉਹ ਐਲਾਨਿਆ ਨਹੀਂ ਜਾ ਸਕਦਾ ਸੀ। ਸੋ ਜਿਸ ਤਰੀਕੇ ਦੇ ਨਾਲ ਹੁਣ ਆਗੂਆਂ ਨੇ ਕਿਹਾ ਕਿ ਕਾਲੇ ਝੰਡਿਆਂ ਦੇ ਨਾਲ ਅਸੀਂ ਆਪਾਂ ਇਹ ਵਿਰੋਧ ਪ੍ਰਦਰਸ਼ਨ ਕਰਨਾ, ਇਹ ਵੀ ਇੱਕ ਚੰਗੀ ਗੱਲ ਆ, ਕਿਉਂਕਿ ਕੋਈ ਜਿੱਥੇ ਵੀ ਆ ਤੇ ਉੱਥੇ ਵੀ ਕਾਲੇ ਝੰਡੇ ਦੇ ਨਾਲ ਜਾਂ ਫਿਰ ਕਾਲੀ ਪੱਟੀ ਬੰਨ੍ਹ ਕੇ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਜਿਹੜਾ ਰੋਸ ਹੈ ਉਹ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਆਪਣਾ ਪ੍ਰਗਟ ਕਰੇਗਾ। ਤੇ ਇਹ ਇੱਕ ਚੰਗਾ ਕਿਸਾਨਾਂ ਦਾ ਆਪਾਂ ਮੂਵ ਕਹਿ ਸਕਦੇ ਆ, ਕਿਉਂਕਿ ਜੇ ਵੱਡੀ ਪੱਧਰ ਤੇ ਕੋਈ ਸੱਦਾ ਜਾਂ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਤਾਂ ਇਸ ਤਰੀਕੇ ਦੇ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਇਹ ਐਲਾਨਣੇ ਬੇਹੱਦ ਜ਼ਰੂਰੀ ਨੇ, ਕਿਉਂਕਿ ਦੀਪ ਸਿੱਧੂ ਨੂੰ ਵੀ ਆਪਾਂ ਸੁਣਿਆ ਹੀ ਆ ਤੇ ਇਸ ਤੋਂ ਪਹਿਲਾਂ ਜੇ ਲੱਖੇ ਦੀ ਗੱਲ ਕਰ ਲੈਂਦੇ ਆ ਤਾਂ ਹਰ ਇੱਕ ਜਿਹੜੇ ਨੌਜਵਾਨ ਆਗੂ ਨੇ ਜਾਂ ਕੋਈ ਹੋਰ ਕਿਸਾਨੀ ਸੰਘਰਸ਼ ਦੇ ਨਾਲ ਜਿਹੜੇ ਵਿਅਕਤੀ ਜੁੜੇ ਹੋਏ ਨੇ ਉਹ ਇਹੀ ਮੰਗ ਕਰਦੇ ਨੇ ਕਿ ਸਮੇਂ-ਸਮੇਂ ਤੇ ਜਿਹੜੇ ਪ੍ਰੋਗਰਾਮ ਨੇ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਦਿੰਦੇ ਰਹਿਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਇਹ ਹੁੰਦਾ ਕਿ ਇੱਕ ਜਿਹੜੀ ਸਰਗਰਮੀ ਆ ਨਾ ਮੋਰਚੇ ਦੀ ਉਹ ਬਣੀ ਰਹਿੰਦੀ ਹੈ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮੋਰਚਾ ਦਾ ਕੰਮ ਹੈ ਜਾਂ ਪ੍ਰੋਟੈਸਟ ਉਹ ਥੋੜਾ ਜਿਹਾ ਠੰਡਾ ਤੇ ਮੱਠਾ ਹੋ ਰਿਹਾ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਤਾਂ ਕਰੋਨਾ ਮਹਾਮਾਰੀ ਹੀ ਹੈ, ਕਿਉਂਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਤੇ ਕਿਤੇ ਨਾ ਕਿਤੇ ਸਾਡਾ ਕਿਸਾਨ ਮੋਰਚਾ ਵੀ ਇਹ ਸਮਝਦਾ ਹੈ ਕਿ ਵੱਡੇ ਇਕੱਠ ਕਰਨ ਤੋਂ ਇਸ ਵੇਲੇ ਥੋੜਾ ਜਿਹਾ ਸਾਨੂੰ ਰੁਕ ਜਾਣਾ ਚਾਹੀਦਾ। ਸੋ ਫਿਲਹਾਲ ਤਾਂ ਇਹੀ ਲੱਗਦਾ ਕਿ ਜਦੋਂ ਤੱਕ ਕਰੋਨਾ ਮਹਾਮਾਰੀ ਕਾਬੂ ਦੇ ਵਿੱਚ ਨਹੀਂ ਆਉਂਦੀ ਉਦੋਂ ਤੱਕ ਇਸ ਤਰ੍ਹਾਂ ਦੇ ਛੋਟੇ ਛੋਟੇ ਹੀ ਜਥੇਬੰਦੀਆਂ ਜਿਹੜੇ ਆਪਣੇ ਪ੍ਰੋਗਰਾਮ ਨੇ ਉਹ ਉਲੀਕਦੀਆਂ ਰਹਿਣਗੀਆਂ। ਤੇ ਵੱਡੀ ਗੱਲ ਇਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਲਗਾਤਾਰ 7 ਸਾਲ ਪੂਰੇ ਹੋ ਜਾਣੇ ਆ ਤੇ ਇਸ ਤੇ ਵੀ ਥੋੜਾ ਜਿਹਾ ਸੋਚਣਾ ਇਹ ਜ਼ਰੂਰ ਸਰਕਾਰ ਨੂੰ ਚਾਹੀਦਾ, ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਤੇ ਸੜਕਾਂ ਤੇ ਬੈਠੇ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਖਾਸ ਕਰਕੇ ਦੇਖਣ ਦੀ ਇਹ ਵੀ ਜ਼ਰੂਰਤ ਹੈ ਕਿ ਇਸ ਵੇਲੇ ਇੰਨਾ ਭਿਆਨਕ ਦੌਰ ਕਰੋਨਾ ਮਹਾਮਾਰੀ ਦਾ ਚੱਲ ਰਿਹਾ ਤੇ ਫਿਰ ਵੀ ਜਿਹੜੇ ਕਿਸਾਨ ਨੇ ਉਹ ਮੋਰਚਿਆਂ ਤੇ ਡਟੇ ਹੋਏ ਨੇ। ਤੇ ਕਿਸਾਨਾਂ ਦਾ ਲਗਾਤਾਰ ਇਹੀ ਆਖਣਾ ਹੈ ਕਿ ਜੇ ਉਹਨਾਂ ਨੂੰ ਕਰੋਨਾ ਹੁੰਦਾ ਤਾਂ ਹੋ ਜਾਏ, ਜਾਨ ਉਹਨਾਂ ਦੀ ਜਾਂਦੀ ਹੈ ਤਾਂ ਚਲੀ ਜਾਏ, ਪਰ ਉਹ ਇਸ ਗੱਲੋਂ ਡਰ ਕੇ ਪਿੱਛੇ ਨਹੀਂ ਹਟਣਗੇ, ਕਿਉਂਕਿ ਮੰਨਣਾ ਇਹੀ ਹੈ ਕਿ ਜੇਕਰ ਕਿਸਾਨ ਦੇ ਖੇਤ ਹੀ ਚਲੇ ਗਏ, ਕਿਸਾਨ ਦੀ ਜ਼ਮੀਨ ਹੀ ਚਲੀ ਗਈ ਤੇ ਫਿਰ ਉਸ ਤੋਂ ਬਾਅਦ ਕਿਸਾਨ ਦੀ ਜ਼ਿੰਦਗੀ ਦਾ ਕੋਈ ਖਾਸ ਜਿਹੜਾ ਮਹੱਤਵ ਹੈ ਉਹ ਨਹੀਂ ਬਚ ਜਾਂਦਾ। ਸੁਖਿੰਦਰ ਜੀ, ਰਾਓ ਸਾਹਿਬ ਤੁਸੀਂ ਬੜੀ ਖੂਬਸੂਰਤ ਗੱਲ ਕਹੀ ਕਿ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਮਾਂ ਹੁੰਦੀ ਹੈ ਤੇ ਜਦ ਮਾਂ ਨਹੀਂ ਹੁੰਦੀ ਤਾਂ ਇੱਕ ਤਰ੍ਹਾਂ ਦਾ ਵਿਅਕਤੀ ਦਾ ਸਭ ਕੁਝ ਖਤਮ ਹੋ ਜਾਂਦਾ ਹੈ। ਜਿਹੜੇ ਕਿਸਾਨ ਨੇ ਉਹ ਜ਼ਮੀਨ ਨੂੰ ਆਪਣੀ ਮਾਂ ਮੰਨਦੇ ਨੇ, ਇਸ ਕਾਰਨ ਲਗਾਤਾਰ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ 6 ਮਹੀਨਿਆਂ ਤੋਂ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਬਿਨਾਂ ਰੁਕੇ ਲਗਾਤਾਰ ਚੱਲ ਰਿਹਾ ਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਲਗਾਤਾਰ ਤਿੰਨੇ ਖੇਤੀ ਕਾਨੂੰਨ ਹੈ ਜਿਹੜਾ ਉਹ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅੱਜ ਦਾ ਜਿਹੜੇ ਪ੍ਰੋਗਰਾਮ ਦਾ ਸਮਾਂ ਉਹ ਸਮਾਪਤ ਹੋ ਚੁੱਕਿਆ ਤੇ ਹੁਣ ਜਿਹੜੀ